कहते इत्थे रोटी की कोई गारंटी नहीं, पर तेनों चिट्टा लवाऊंगा फुल ही मैं, भी चिट्टे नाल तेनों रजा दूंगा। मैं कहा यार वो की हुंदा, कहना पियाऊंगा कोई नहीं, आ जा। ਉਹੀ ਫਿਰ ਉਤਸੁਕਤਾ ਜਿਵੇਂ ਬਚਪਨ ਤੋਂ ਸੀਗੀ ਮੇਰੇ 'ਚ ਵੀ ਨਵੀਂ ਚੀਜ਼, ਪਰ ਉਹ ਗਲਤ ਪਾਸੇ ਟਰਾਈ ਕਰਨ ਲੱਗ ਗਿਆ ਮੈਂ ਉਹ ਚੀਜ਼ ਨੂੰ। ਪਿੰਡ ਆ ਗਿਆ ਜਦੋਂ ਤੇ ਬਾਅਦ 'ਚੋਂ ਇੰਜੈਕਸ਼ਨ ਲਾਉਣ ਲੱਗ ਗਿਆ ਉਹ ਵੀ, ਤੇ ਉਹਦੇ ਨਾਲ ਫਿਰ ਇੰਜੈਕਸ਼ਨ ਵੀ ਸ਼ੁਰੂ ਕਰਤੀ। ਤੁਹਾਡੇ ਫਾਦਰ ਵੀ ਐਕਸਪਾਇਰ ਹੋ ਗਏ ਸੀਗੇ, ਉਹ ਕੀ ਐਪੀਸੋਡ ਸੀਗਾ, ਉਹ ਕਦੋਂ ਹੁੰਦਾ ਹੈ ਤੇ ਕਿਵੇਂ? ਜਦੋਂ ਡੈਡੀ ਦੀ ਮੌਤ ਹੋਈ ਹੈ, ਜਿੱਦਾਂ ਘਰੇ ਲਾਸ਼ ਆ ਗਈ ਤੇ ਮੈਂ ਬਹਾਨੇ ਖਾਣ ਪੀਣ ਵਾਲੇ ਰਿਸ਼ਤੇਦਾਰ ਕੋਈ ਇੱਕ ਦੋ ਖਾਂਦੇ ਸੀ ਨਸ਼ਾ, ਤੇ ਮੈਨੂੰ ਨਸ਼ਾ ਕਰਾ ਦਿਓ, ਮੇਰਾ ਦਿਲ ਕਮਜ਼ੋਰ ਆ, ਡੈਡੀ ਦੀ ਡੈਥ ਹੋ ਗਈ, ਮੈਨੂੰ ਕੁਛ ਮੈਂ ਬਹਾਨੇ ਹੁੰਦੇ ਜੀ ਖਾਣ ਪੀਣ ਵਾਲੇ, ਨਹੀਂ ਹੁੰਦਾ ਕੁਝ ਵੀ ਨਹੀਂ ਐਵੇਂ ਬਸ। ਤੇ ਮੈਨੂੰ ਉਹਦੇ ਕੋਈ ਨਹੀਂ ਮੇਰੇ ਡੈਡੀ ਦੀ ਉਹਦੀ ਸ਼ਕਲ ਯਾਦ ਆ, ਕਹਿ ਦਈਏ ਚਿਹਰਾ ਵੀ ਕਿਵੇਂ ਸੀਗੇ, ਜਿੱਦਾਂ ਮੈਂ ਹੱਥੀ ਚੱਕੀ ਆ ਉਦੋਂ ਵੀ ਨਸ਼ੇ 'ਚ ਸੀਗਾ, ਤੇ ਕੋਈ ਮੈਨੂੰ ਸੁਰਤ ਨਹੀਂ ਸੀ। ਹੁਣ ਵੀ ਨਾ ਫੋਟੋਆਂ ਜਾਂ ਵੀਡੀਓ 'ਚ ਕਿਵੇਂ ਸੀ ਡੈਡੀ ਉਦੋਂ ਡੈਥ ਵੇਲੇ, ਚਾਚੇ ਦੇ ਬੇਟੇ ਨੇ ਬਣਾਈ ਸੀਗੀ, ਹੁਣ ਪਤਾ ਲੱਗਦਾ ਉਹ ਚੀਜ਼ ਦਾ ਜੀ। ਕਹਿੰਦੇ ਜੇ ਘਰ 'ਚ ਧੀ ਆ ਜਾਏ ਨਾ ਤਾਂ ਵੀ ਬਹੁਤ ਸੋਚ ਬਦਲ ਜਾਂਦੀ ਹੈ, ਜੋ ਕੋਈ ਗਲਤ ਵੀ ਕਰ ਰਿਹਾ ਹੈ ਨਾ ਤਾਂ ਵੀ ਠੀਕ ਹੋ ਜਾਂਦਾ ਹੈ। ਅੱਜ ਦੱਸਦਾ ਤੁਹਾਨੂੰ ਦਿਲ 'ਤੇ ਹੱਥ ਰੱਖ ਕੇ, ਜੇ ਮੇਰੇ ਮੁੰਡਾ ਹੁੰਦਾ ਮੈਂ ਨਹੀਂ ਸੁਧਰਦਾ ਸੀ, ਕਿਉਂਕਿ ਅਕਸਰ ਆਪਣੇ ਹੁੰਦਾ ਵੀ ਚੱਲ ਮੁੰਡਾ ਹੋ ਗਿਆ, ਵੰਸ਼ ਵੱਧ ਗਿਆ, ਚਲੋ ਵਧੀਆ ਆਪਦਾ ਕੁਛ ਹੋ ਗਿਆ ਤਾਂ ਕੀ ਚੱਕਰ ਆ। ਪਰ ਉਹ ਗੁੜੀਆ ਕਰਕੇ ਮੈਨੂੰ ਥੋੜ੍ਹਾ ਜਿਹਾ ਇਹ ਚੀਜ਼ ਵੀ ਹੋਈ ਵੀ ਇਹਨੂੰ ਵੀ ਕੱਲ੍ਹ ਨੂੰ ਮਿਹਣੇ ਵੱਜਣਗੇ, ਉਹ ਦਿਮਾਗ 'ਚ ਬਹੁਤ ਚੀਜ਼ ਮੇਰੇ ਘਰ ਕਰੀ ਵੀ ਮੈਂ ਲਾ ਲੈਨੂੰ ਵੀ ਚਲੋ 6 ਸਾਲਾਂ ਦੀ ਤਾਂ ਹੋ ਗਈ, ਪਰ ਮੈਨੂੰ ਕਰਮ ਵਾਲੀ ਲੱਗਦੀ ਹੈ ਵੀ ਬੇਟੀ ਮੇਰੀ ਵੀ ਮੇਰੇ ਪੁੱਤਾਂ ਵਰਗੀ ਆ ਮੈਨੂੰ ਲੱਗਦੀ। ਪਹਿਲੀ ਵਾਰ ਘਰੋਂ ਕਿੰਨੇ ਪੈਸੇ ਮੰਗੇ ਸੀ? ਹਾਂ, ਹਫ਼ਤੇ ਦਾ 7-7 ਹਜ਼ਾਰ ਰੁਪਏ ਲੈ ਜਾਂਦੇ, 8-8 ਹਜ਼ਾਰ। ਉਹਨਾਂ ਨੂੰ ਕਹਿੰਦੇ ਘਰਦਿਆਂ ਨੂੰ ਚਲੋ ਰੋਟੀ ਪਾਣੀ ਦਾ ਖਰਚਾ, ਬਾਕੀ ਟਿਊਸ਼ਨ ਫੀਸ ਹੁੰਦੀ ਆ, ਬਾਕੀ ਮੋਟਰਸਾਈਕਲ ਰੱਖਿਆ ਸੀ ਉਹਦਾ ਪੈਟਰੋਲ ਵਗੈਰਾ ਐਂ ਲੈ ਜਾਂਦਾ, ਸ਼ੀਸ਼ੀਆਂ ਚੱਲਦੀਆਂ ਸ਼ੀਸ਼ੀਆਂ 'ਤੇ ਲਾ ਦਿੰਦਾ ਸੀ ਬਸ। ਕੱਲ੍ਹ ਨੂੰ ਪੈਸੇ ਚਾਹੀਦੇ ਆ, ਅੱਜ ਰਾਤ ਨੂੰ ਐਵੇਂ ਰੌਲਾ ਪਾਉਣ ਲੱਗ ਜਾਣਾ, ਭੂਤ ਆ ਗਿਆ ਮੇਰੇ 'ਚ, ਐਂ ਮੁਸਲਮਾਨ ਆ ਗਿਆ ਮੇਰੇ 'ਚ, ਐਂ ਹੋ ਗਿਆ ਜਿਉਂ ਹੋ ਗਿਆ, ਘਰਦਿਆਂ ਨੂੰ ਡਰ ਲੱਗਣ ਲੱਗ, ਤੇ ਤੜਕੇ ਕਹਿੰਦਾ ਇੰਨੇ 10,000 ਦੇ ਦਿਓ, 20,000, ਘਰਦਿਆਂ ਨੂੰ ਡਰਦਿਆਂ ਨੇ ਦੇ ਦਿੰਦੇ, ਐਵੇਂ ਚੇਲਿਆਂ ਕੋਲੇ ਲੈ ਜਾਂਦੇ ਮੈਨੂੰ। ਬਾਕੀ ਉਹ ਤੁਹਾਨੂੰ ਦੱਸਿਆ ਵੀ ਉਹਦੇ ਲਾਇਆ ਲਾਸਟ ਟਾਈਮ, ਤੇ ਡਿੱਗ ਪਿਆ ਮੈਂ, ਸਿਰਿੰਜ ਵਿੱਚ ਰਹਿ ਗਈ, ਨਾਲ ਦਾ ਦੱਸਦਾ ਮੈਨੂੰ, ਤੇ ਬਾਅਦ 'ਚੋਂ ਵੀ ਕਹਿੰਦਾ ਤੈਨੂੰ ਸ਼ਾਮ ਨੂੰ ਹੋਸ਼ ਆਈ ਹੈ, ਕਹਿੰਦਾ ਹੁਣ ਸੁਬਾਹ ਦਾ ਪਿਆ ਤੂੰ। ਤੇ ਉਦੋਂ ਯਕਦਮ ਜਦੋਂ ਹੋਸ਼ ਆਈ, ਪਰਮਾਤਮਾ ਦੀ ਮੇਰੇ ਦਿਮਾਗ 'ਚ ਇਹ ਗੱਲ ਆਈ ਜੀ ਵੀ ਜੇ ਤੂੰ ਅੱਜ ਮਰ ਜਾਂਦਾ, ਵੀ ਘਰੇ ਲੇਡੀਜ਼ ਇਕੱਲੀਆਂ ਰਹਿ ਗਈਆਂ ਸੀ, ਮੰਮੀ ਮੇਰੀ ਮਿਸਿਸ ਦੀ ਇੱਕ ਗੁੜੀਆ ਛੋਟੀ ਜਿਹੀ ਮੇਰੇ 6 ਸਾਲਾਂ ਦੀ, ਵੀ ਕੱਲ੍ਹ ਨੂੰ ਉਹਨਾਂ ਨੂੰ ਸਮਾਜ ਨੇ ਕਿੰਨੇ ਮਿਹਣੇ ਮਾਰਨੇ ਸੀ ਵੀ ਤੇਰਾ ਮੁੰਡਾ ਜਾਂ ਤੇਰਾ ਘਰ ਵਾਲਾ ਜਾਂ ਗੁੜੀਆ ਨੂੰ ਕਹਿਣਾ ਤੇਰਾ ਪਿਓ ਆ, ਤੇਰਾ ਅਮਲੀ ਸੀ, ਨਸ਼ੇੜੀ ਸੀ, ਮਰ ਗਿਆ, ਵੀ ਕਿੱਡਾ ਧੱਬਾ ਲੱਗਣਾ ਸੀਗਾ। ਸ਼ੁਰੂਆਤ ਤਾਂ ਮੈਂ ਦੱਸਿਆ ਜਿਵੇਂ ਬੀਅਰ ਤੋਂ ਹੋਈ ਮੇਰੀ, ਹੌਲੀ ਹੌਲੀ ਬੀਅਰ ਤੋਂ ਕਰਦਾ ਕਰਦਾ ਸ਼ੀਸ਼ੀਆਂ ਤੱਕ ਪਹੁੰਚ ਗਿਆ ਕੰਮ। ਫਿਰ ਆਪਣੇ ਪੰਜਾਬ 'ਚ ਦੌਰ ਆਉਂਦਾ 2-3 ਸਾਲ ਸਮੈਕ ਦਾ, ਉਦੋਂ ਜ਼ਿਆਦਾ ਇਹ ਸਮੈਕ ਚੱਲਦੀ ਹੁੰਦੀ ਸੀ, ਫਿਰ ਸਮੈਕ ਟਰਾਈ ਕੀਤੀ। ਫਿਰ 12-13  'ਚ ਆ ਕੇ ਚਿੱਟਾ ਜ਼ਿਆਦਾ ਆਉਂਦਾ ਆਪਣੇ ਪੰਜਾਬ 'ਚ, ਬਠਿੰਡਾ ਸਾਈਡ ਇੱਧਰ ਸਾਰੇ ਕਿਤੇ। ਉਦੋਂ ਮੈਂ ਕਿਸੇ ਫਰੈਂਡ ਕੋਲ ਗਿਆ ਉੱਥੇ, ਅਤੇ ਉਹਦੇ ਨਾਲ ਉਦੋਂ ਚਿੱਟਾ ਪੀਤਾ, ਬਠਿੰਡੇ ਰਹਿੰਦਾ ਹੁੰਦਾ ਸੀਗਾ, ਅਤੇ ਬਸ ਇੱਦਾਂ ਇੱਦਾਂ ਹੌਲੀ ਹੌਲੀ ਪਹਿਲਾਂ ਪੰਨੀ 'ਤੇ ਸ਼ੁਰੂ ਕੀਤਾ, ਫਿਰ ਵੇਦੀ ਇੰਜੈਕਸ਼ਨ ਲਾਉਣ ਲੱਗ ਗਿਆ, ਅਤੇ ਬਸ ਇੱਦਾਂ ਚੱਲਦਾ ਚੱਲਦਾ ਜੀ ਪਤਾ ਨਹੀਂ ਲੱਗਿਆ ਕਦੋਂ 13 ਸਾਲ ਮੈਂ ਇਸ ਦਲਦਲ 'ਚ ਰਿਹਾ ਜੀ। 13 ਸਾਲ ਮੈਂ ਇਸ ਦਲਦਲ 'ਚ ਰਿਹਾ ਜੀ। 13 ਸਾਲ ਜ਼ਿੰਦਗੀ ਦੇ ਗਵਾ ਲਏ ਤੁਸੀਂ ਇਹਦੇ 'ਚ? ਹਾਂਜੀ ਹਾਂਜੀ। ਇੰਨਾ ਕੁ ਹੁੰਦਾ ਸੀ, ਮੈਂ ਕੋਈ ਖੜਕਾ ਉਹ ਵੀ ਹੁੰਦਾ ਮੈਂ ਡਰ ਕੇ ਪੇਟੀਆਂ ਥੱਲੇ, ਇੰਨਾ ਕੁ ਸ਼ਰੀਫ ਲਾ ਲਓ ਵੀ ਘਰਦਿਆਂ ਨੂੰ ਕਦੇ ਇੱਦਾਂ ਸੋਚਿਆ ਨਹੀਂ ਸੀ ਘਰਦਿਆਂ ਨੇ ਵੀ ਇਸ ਪਾਸੇ ਜਾ ਵੜੂਗਾ, ਯਕੀਨ ਬਾਹਲਾ ਸੀਗਾ। ਲੜਾਈਆਂ ਪੜ੍ਹਾਈਆਂ ਜਦੋਂ ਹੁੰਦੀਆਂ ਸੀਗੀਆਂ ਕਾਲਜਾਂ 'ਚ, ਉਦੋਂ ਬੰਦੇ ਲਿਜਾਣ ਲੱਗ ਗਏ, ਉਹਨਾਂ ਦੇ ਪੈਸੇ ਲੈ ਲੈਂਦੇ ਉਹਨਾਂ ਤੋਂ, ਕੋਈ ਪ੍ਰਧਾਨਗੀ ਜਿਵੇਂ ਕੋਈ ਲੜਦਾ ਸੀ ਉੱਥੇ, ਅਤੇ ਜਾਂ ਕੋਈ ਰੈਲੀ ਹੁੰਦੀ ਸੀ ਲੀਡਰਾਂ ਦੀ, ਉਹ 'ਚ ਲੈ ਜਾਂਦੇ ਬੰਦੇ, ਲੈ ਜਾਂਦੇ, ਅਤੇ ਉਹ ਜਾਂ ਤਾਂ ਨਸ਼ਾ ਕਰਾ ਦਿੰਦੇ ਸੀ ਅਤੇ ਜਾਂ ਪੈਸੇ ਦੇ ਦਿੰਦੇ ਉੱਕੇ ਪੁੱਕੇ। ਫਿਰ ਆ ਕਬਜ਼ੇ ਲੈਣ ਲੱਗ ਗਏ, ਜਾਂ ਕਿਸੇ ਦੀ ਕੋਈ ਚਪੇੜੇ ਮਾਰੇ ਕਿਸੇ ਦੇ, ਜਾਂ ਕੋਈ ਲੱਤ ਬਾਂਹ ਤੋੜਤੀ, ਐਂ ਚੱਲ ਪਿਆ ਜੀ ਕੰਮ। ਸਰਕਾਰਾਂ ਕਹਿੰਦੀਆਂ ਤਾਂ ਹੈਗੀਆਂ ਕਿ ਨਸ਼ਾ ਖਤਮ ਕਰਤਾ ਹੈ, ਪਰ ਤੁਸੀਂ ਗਵਾਹ ਹੋ, ਪਿਛਲੇ ਸਾਲ ਤੱਕ ਤੁਸੀਂ ਨਸ਼ਾ ਕਰਦੇ ਰਹੇ ਹੋ, ਹੋਇਆ ਨਸ਼ਾ ਖਤਮ ਪੰਜਾਬ 'ਚ? ਇਹ ਸਭ ਝੂਠ ਆ ਵੀ ਨਸ਼ਾ ਹੈ ਨਹੀਂ ਜਾਂ ਨਸ਼ਾ ਖਤਮ ਕਰਤਾ, ਬਹੁਤ ਜ਼ਿਆਦਾ ਨਿੱਤ ਆਪਾਂ ਨਿਊਜ਼ 'ਚ ਸੁਣਦੇ, 1 ਜਾਂ 2 ਭਰਾ ਚਿੱਟੇ ਦੀ ਭੇਂਟ ਚੜ੍ਹਦੇ ਆ, ਅਤੇ ਮਾਵਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ। ਕਿਉਂਕਿ ਨਾ ਹਰਿਆਣੇ ਦਾ ਇੱਕ ਪਿੰਡ ਆ, ਮੈਂ ਸੁਣਿਆ ਵੀਡੀਓ 'ਤੇ, ਮੈਂ ਨਾਮ ਭੁੱਲ ਗਿਆ ਪਿੰਡ ਦਾ, ਉੱਥੇ ਹਰੇਕ ਪਿੰਡ ਦਾ ਯਾਨੀ ਕਿ ਹਰੇਕ ਘਰ ਦਾ ਧੀ ਜਾਂ ਪੁੱਤ ਬਾਊਂਸਰ ਹੈ, ਸਾਰਾ ਪਿੰਡ ਦਾ। ਮੇਰੀ ਇਹ ਸੁਪਨਾ ਵੀ ਮੈਂ ਆਪਦੇ ਪਿੰਡ ਦਾ ਹਰੇਕ ਧੀ ਜਾਂ ਪੁੱਤ ਕੋਈ ਗੇਮ 'ਚ, ਕਿਸੇ ਨਾ ਕਿਸੇ ਗੇਮ 'ਚ ਜ਼ਰੂਰ ਲੈ ਕੇ ਜਾਵਾਂਗੇ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸਨੂਰ ਤਵਨ। ਕਹਿੰਦੇ ਨੇ ਕਿ ਸਵੇਰ ਦਾ ਭੁੱਲਿਆ ਜੇ ਸ਼ਾਮੀ ਘਰ ਵਾਪਸ ਆ ਜਾਏ ਤਾਂ ਉਹਨੂੰ ਭੁੱਲਿਆ ਨਹੀਂ ਕਹਿੰਦੇ। ਪੰਜਾਬ ਦੀ ਨੌਜਵਾਨ ਪੀੜ੍ਹੀ
ਦਿਨ ਬ ਦਿਨ ਨਸ਼ੇ ਦੇ ਦਲਦਲ ਵਿੱਚ ਫਸਦੀ ਜਾ ਰਹੀ ਹੈ। ਅਜਿਹੇ ਨੌਜਵਾਨ ਵੀ ਬਹੁਤ ਨੇ ਜਿਹੜੇ ਨਸ਼ੇ ਦੇ ਦਲਦਲ ਵਿੱਚ ਫਸਦੇ ਨੇ, ਪਰ ਕਿਵੇਂ ਨਾ ਕਿਵੇਂ ਚਾਹੇ ਰੱਬ ਹੱਥ ਫੜ ਲੈਂਦਾ ਹੈ, ਜਦੋਂ ਜਾਗ ਆ ਜਾਂਦੀ ਤੇ ਕਿਸੇ ਨਾ ਕਿਸੇ ਤਰੀਕੇ ਉੱਤੋਂ ਬਾਹਰ ਨਿਕਲ ਜਾਂਦੇ ਨੇ। ਬਹੁਤ ਕੁਝ ਜ਼ਿੰਦਗੀ 'ਚ ਵਿਗੜ ਵੀ ਜਾਂਦਾ ਹੈ, ਪਰ ਫਿਰ ਵੀ ਜ਼ਿੰਦਗੀ ਬਹੁਤਿਆਂ ਦੀ ਬਚ ਜਾਂਦੀ, ਕਿਉਂਕਿ ਜੇ ਇੱਕ ਘਰ ਦਾ ਇੱਕ ਸਦੱਸਿਆ ਜੇ ਨਸ਼ੇ ਦੇ ਦਲਦਲ ਵਿੱਚ ਪੈ ਜਾਏ ਤੇ ਚਿੱਟਾ ਪੀਣ ਲੱਗ ਜਾਏ ਤਾਂ ਇੱਕ ਜ਼ਿੰਦਗੀ ਨਹੀਂ, ਉਹਦੇ ਨਾਲ ਜੁੜਦੀਆਂ ਬਹੁਤੀਆਂ ਜ਼ਿੰਦਗੀਆਂ, ਜਿੰਨੀਆਂ ਵੀ ਜ਼ਿੰਦਗੀਆਂ ਨਾਲ ਜੁੜੀਆਂ ਹੁੰਦੀਆਂ ਨੇ, ਸਾਰੀਆਂ ਖਰਾਬ ਹੋ ਜਾਂਦੀਆਂ ਨੇ। ਅਸੀਂ ਬਹੁਤ ਕਹਾਣੀਆਂ ਸੁਣੀਆਂ ਹੈ, ਬਹੁਤ ਲੋਕਾਂ ਤੱਕ ਤੁਹਾਨੂੰ ਪਹੁੰਚਾਇਆ ਹੈ, ਬਹੁਤ ਗੱਲਾਂ ਸੁਣਾਈਆਂ ਨੇ ਕਿ ਕਿਸ ਤਰ੍ਹਾਂ ਨਸ਼ੇ ਵਿੱਚ ਪੈਣ ਤੋਂ ਬਾਅਦ ਵੀ ਹਿੰਮਤ ਜੁਟਾਈ ਕਿਸੇ ਨੇ ਤੇ ਨਾਲ ਹੀ ਉਹ ਨਸ਼ੇ ਦੇ ਦਲਦਲ 'ਚੋਂ ਬਾਹਰ ਵੀ ਆਏ। ਤਾਂ ਅਜਿਹਾ ਨੌਜਵਾਨ ਇੱਕ ਸਾਡੇ ਨਾਲ ਮੌਜੂਦ ਹੈ ਜਿਹਦੀ ਕਹਾਣੀ ਬਿਲਕੁਲ ਅਜਿਹੀ ਹੈ ਕਿ ਕਹਿੰਦੇ ਨੇ ਕਿ ਦੇਰ ਆਏ ਦਰੁਸਤ ਆਏ। ਭਾਵੇਂ ਆਪਣੇ ਪਿਓ ਨੂੰ ਵੀ ਉਸ ਸਮੇਂ ਗਵਾ ਲਿਆ, ਇਸੇ ਟੈਨਸ਼ਨ ਕਰਕੇ ਪਿਓ ਦੀ ਵੀ ਮੌਤ ਹੋ ਜਾਂਦੀ ਕਿ ਮੇਰਾ ਮੁੰਡਾ ਹੁਣ ਚਿੱਟੇ ਵਿੱਚ ਪੈ ਗਿਆ, ਚਿੱਟੇ ਦੇ ਦਲਦਲ 'ਚ ਫਸ ਗਿਆ। ਪਰ ਫਿਰ ਵੀ ਅੱਜ ਘਰ ਦੇ ਜੋ ਹਾਲਾਤ ਨੇ ਕਿਤੇ ਨਾ ਕਿਤੇ ਠੀਕ ਨੇ, ਕਿਉਂਕਿ ਉਦੋਂ ਜਾਗ ਆ ਗਈ, ਉਦੋਂ ਅੱਖਾਂ ਖੁੱਲ੍ਹ ਗਈਆਂ, ਉਦੋਂ ਪਤਾ ਲੱਗ ਗਿਆ ਕਿ ਚਿੱਟੇ ਨੇ ਮੈਨੂੰ ਕਿਤੇ ਲੈ ਕੇ ਨਹੀਂ ਜਾਣਾ, ਮੈਨੂੰ ਰਾਹ ਵਾਪਸ ਆਪਣਾ ਮੋੜਨਾ ਹੀ ਪੈਣਾ ਹੈ, ਸਹੀ ਜ਼ਿੰਦਗੀ ਅਪਣਾਉਣੀ ਪੈਣੀ ਹੈ। ਤਾਂ ਉਹ ਥੋੜੀ ਗੱਲਬਾਤ ਕਰਾ ਦਿੰਦੇ ਆ। ਪਵਿੱਤਰ ਸਿੰਘ ਸਾਡੇ ਨਾਲ ਮੌਜੂਦ ਨੇ ਇਸ ਵਕਤ। ਡੇਲੀ ਪੋਸਟ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਭੈਣੇ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਜੋ ਸਾਡੇ ਪਿੰਡ ਆਏ। ਧੰਨਵਾਦ ਜੀ। ਸਿਹਤਾਂ ਠੀਕ ਨੇ? ਹਾਂਜੀ ਹਾਂਜੀ ਭੈਣੇ, ਵਧੀਆ ਠੀਕ ਠਾਕ ਹੈ ਜੀ। ਹਾਂਜੀ, ਕਹਾਣੀ ਸੁਣੀ ਤੁਹਾਡੀ ਤਾਂ ਮੈਨੂੰ ਨਹੀਂ ਲੱਗਦਾ ਕਿ ਜਿੰਨੇ ਵੀ ਸੁਣੀ ਹੋਏ ਉਹਦੀ ਅੱਖਾਂ 'ਚ ਹੰਝੂ ਨਾ ਆਏ ਹੋਣ ਕਿ ਕਿਸ ਤਰ੍ਹਾਂ ਦਾ ਸਮੇਂ ਹੁੰਦਾ ਜਦੋਂ ਕੋਈ ਨਸ਼ੇ ਵਿੱਚ ਪੈ ਜਾਂਦੇ, ਚਿੱਟੇ 'ਚ ਪੈ ਜਾਂਦੇ। ਤਾਂ ਕਹਿੰਦੇ ਨੇ ਕਿ ਚਿੱਟੇ ਨੇ ਕਾਫੀ ਘਰ ਬਰਬਾਦ ਕਰਤੇ, ਕਾਫੀ ਘਰ ਉਜਾੜਤੇ, ਕਈ ਜ਼ਿੰਦਗੀਆਂ ਲੈ ਗਿਆ। ਨੌਜਵਾਨ ਚਿੱਟੇ ਦੇ ਦਲਦਲ 'ਚ ਜਦੋਂ ਦਾ ਫਸਿਆ ਤਾਂ ਘਰ ਬਰਬਾਦ ਹੋ ਰਿਹਾ ਲਗਾਤਾਰ ਪੰਜਾਬ ਦੇ। ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਕਿੰਨਾ ਸਮਾਂ ਹੋ ਗਿਆ, ਕਿਹੜਾ ਸੰਨ ਸੀਗਾ ਜਦੋਂ ਚਿੱਟੇ ਦੇ ਨਸ਼ੇ 'ਚ ਪੈਂਦੇ ਹੋ? ਪਹਿਲੇ ਤੁਸੀਂ ਜਿੱਦਾਂ ਜ਼ਿਕਰ ਕੀਤਾ ਸੀ ਬੀਅਰ ਤੋਂ ਸ਼ੁਰੂਆਤ ਹੁੰਦੀ ਹੈ, ਤਾਂ ਕਦੋਂ ਉਹ ਦਿਨ ਕਿਹੜਾ ਸੀਗਾ? ਕਿੰਨੇ ਸਾਲ ਉਸੇ ਦਲਦਲ 'ਚ ਫਸੇ ਰਹੇ? ਤਾਂ ਬਾਹਰ ਕਿਹੜੇ ਸੰਨ 'ਚ? ਮੈਮ ਦੇਖੋ, ਸ਼ੁਰੂਆਤ ਤਾਂ ਮੈਂ ਦੱਸਿਆ ਜਿਵੇਂ ਬੀਅਰ ਤੋਂ ਹੋਈ ਮੇਰੀ 2009 'ਚ। +2 'ਚ ਸੀਗਾ ਮੈਂ ਉਦੋਂ। ਚਲੋ ਕਿਸੇ ਦੋਸਤ ਦਾ ਕੋਈ ਫਰੈਂਡ ਰਿਸ਼ਤੇਦਾਰ ਸੀਗਾ, ਉਹਦੇ ਨਾਲ ਚਲੋ ਸ਼ੁਰੂ ਕੀਤੀ ਬੀਅਰ। ਹੌਲੀ ਹੌਲੀ ਬੀਅਰ ਤੋਂ ਕਰਦਾ ਕਰਦਾ ਸ਼ੀਸ਼ੀਆਂ ਤੱਕ ਪਹੁੰਚ ਗਿਆ ਕੰਮ। ਫਿਰ ਆਪਣੇ ਪੰਜਾਬ 'ਚ ਦੌਰ ਆਉਂਦਾ 2-3 ਸਾਲ ਸਮੈਕ ਦਾ। ਉਦੋਂ ਜ਼ਿਆਦਾ ਇਹ ਸਮੈਕ ਚੱਲਦੀ ਹੁੰਦੀ ਸੀ, ਫਿਰ ਸਮੈਕ ਟਰਾਈ ਕੀਤੀ। ਫਿਰ 12-13 'ਚ ਆ ਕੇ ਚਿੱਟਾ ਜ਼ਿਆਦਾ ਆਉਂਦਾ ਆਪਣੇ ਪੰਜਾਬ 'ਚ, ਬਠਿੰਡਾ ਸਾਈਡ ਇੱਧਰ ਸਾਰੇ ਕਿਤੇ। ਅਤੇ ਉਦੋਂ ਮੈਂ ਕਿਸੇ ਫਰੈਂਡ ਕੋਲ ਗਿਆ ਉੱਥੇ, ਅਤੇ ਉਹਦੇ ਨਾਲ ਉਦੋਂ ਚਿੱਟਾ ਪੀਤਾ। ਬਠਿੰਡੇ ਰਹਿੰਦਾ ਹੁੰਦਾ ਸੀਗਾ ਉਹ। ਅਤੇ ਬਸ ਇੱਦਾਂ ਇੱਦਾਂ ਹੌਲੀ ਹੌਲੀ ਪਹਿਲਾਂ ਪੰਨੀ 'ਤੇ ਸ਼ੁਰੂ ਕੀਤਾ, ਫਿਰ ਵੇਚਦੀ ਇੰਜੈਕਸ਼ਨ ਲਾਉਣ ਲੱਗ ਗਿਆ। ਅਤੇ ਬਸ ਇੱਦਾਂ ਚੱਲਦਾ ਚੱਲਦਾ ਜੀ, ਪਤਾ ਨਹੀਂ ਲੱਗਿਆ ਕਦੋਂ 13 ਸਾਲ ਮੈਂ ਇਸ ਦਲਦਲ 'ਚ ਰਿਹਾ ਜੀ। 13 ਸਾਲ ਜ਼ਿੰਦਗੀ ਦੇ ਗਵਾ ਲਏ ਤੁਸੀਂ ਇਹਦੇ 'ਚ? ਹਾਂਜੀ ਹਾਂਜੀ, 13 ਸਾਲ। ਸਭ ਤੋਂ ਪਹਿਲੇ ਕਾਲਜ ਵਿੱਚ ਕਿੰਨੇ ਤੁਹਾਨੂੰ ਕਿਹਾ ਸੀਗਾ, ਜਦੋਂ 12ਵੀਂ ਤੁਸੀਂ ਜ਼ਿਕਰ ਕੀਤਾ, ਤਾਂ ਕੌਣ ਪਹਿਲੇ ਲੈ ਕੇ ਆਏ ਸੀ? ਕਿੰਨੇ ਕਿਹਾ ਸੀ ਵੀ ਹਾਂ ਟਰਾਈ ਕਰ? ਕੋਈ ਸੀਨੀਅਰ ਸੀਗਾ ਜੀ ਕਾਲਜ 'ਚ, ਕਿਉਂਕਿ ਮੇਰਾ ਫਰੈਂਡ ਸੀਗਾ, ਉਹਦਾ ਕੋਈ ਰਿਸ਼ਤੇਦਾਰ ਸੀਗਾ। ਅਤੇ ਉਹ ਮੈਨੂੰ ਕਹਿੰਦਾ ਦਾਰੂ ਸ਼ਰਾਬ ਮੈਨੂੰ ਕੌੜੀ ਲੱਗਿਆ ਕਰੇ, ਸ਼ੁਰੂ ਸ਼ੁਰੂ 'ਚ ਪੀਣ ਲੱਗਿਆ। ਕਹਿੰਦਾ ਤੈਨੂੰ ਕੋਈ ਮਿੱਠੀ ਚੀਜ਼ ਪਿਆਊਂਗਾ ਤੈਨੂੰ ਕੋਈ, ਤੂੰ ਕੱਲ੍ਹ ਨੂੰ ਚੱਲੀ ਮੇਰੇ ਨਾਲ ਸ਼ਹਿਰ ਮੁਕਤਸਰ। ਅਤੇ ਸਾਰੀ ਰਾਤ ਨੀਂਦ ਜੀ ਨਾ ਐਂ ਲੱਗਿਆ ਅੱਜ ਵੀ ਪਤਾ ਨਹੀਂ ਵੀ ਕੀ ਚੀਜ਼ ਹੋਊਗੀ। ਇੱਦਾਂ ਹੁੰਦਾ ਐਕਸਾਈਟਮੈਂਟ ਜੀ, ਜਿਹਦੀ ਲਾਈਨ ਹੋ ਜੇ ਉਵੇਂ ਹੋ ਜਾਂਦਾ। ਅਤੇ ਜਦੋਂ ਸੁਬਾਹ ਗਿਆ ਤਾਂ ਸ਼ੀਸ਼ੀਆਂ ਮਿਲਦੀਆਂ ਹੁੰਦੀਆਂ ਸਾਡੇ ਮੁਕਤਸਰ ਸ਼ਰੇਆਮ ਹੀ ਅਕਸਰ। ਅਤੇ ਉਹਨਾਂ ਜਦੋਂ ਫੜਾਈ ਮੈਨੂੰ, ਪੀਤੀ ਮੈਂ ਅੱਧੀ ਘੁੱਟ, ਅਤੇ ਉਹਦੇ ਨਾਲ ਹੀ ਮੈਨੂੰ ਪੂਰਾ ਨਸ਼ਾ ਜਿਹਾ ਹੋ ਗਿਆ ਅਤੇ ਗਲਾਸ ਛੁੱਟ ਗਿਆ ਮੇਰੇ ਹੱਥੋਂ ਚਾਹ ਵਾਲਾ। ਅਤੇ ਉਦੋਂ ਬਾਅਦ ਬਸ ਹੌਲੀ ਹੌਲੀ ਭੁੱਸ ਪੈਂਦਾ ਪੈਂਦਾ ਜੱਗਾਂ 'ਤੇ ਪਹੁੰਚ ਗਿਆ ਜੀ। 3-4 ਮਹੀਨਿਆਂ 'ਚ ਇੰਨੀ ਡੋਜ਼ ਹੋ ਗਈ ਸੀਗੀ ਸ਼ੀਸ਼ੀਆਂ ਦੀ। ਹਾਂਜੀ। ਫਿਰ ਜਗ੍ਹਾ 'ਤੇ ਪਹੁੰਚ ਗਏ। ਫਿਰ ਤੁਸੀਂ ਕਿਹਾ ਸਮੈਕ ਦਾ ਦੌਰ ਵੀ ਆਉਂਦਾ, ਉਹ ਕਦੋਂ ਆਉਂਦਾ? ਉਹ ਬਸ 7-8 ਮਹੀਨਿਆਂ ਬਾਅਦ। ਸਮੈਕ ਤਾਂ ਸ਼ੁਰੂ ਤੋਂ ਪਹਿਲਾਂ ਵੀ ਚੱਲਦੀ ਹੋਊਗੀ, ਪਰ ਮੈਨੂੰ ਜਦੋਂ ਮੇਰੀ ਜਾਣਕਾਰੀ 'ਚ ਆਈ ਉਦੋਂ 8 ਮਹੀਨੇ ਹੋ ਗਏ ਸੀ ਮੈਨੂੰ ਸ਼ੀਸ਼ੀਆਂ ਲਾਉਂਦੇ ਨੂੰ, 8-9 ਮਹੀਨੇ। ਉਦੋਂ ਬਾਅਦ ਉੱਥੇ ਕਾਲਜ, ਸਾਡੇ ਕਾਲਜ ਆ ਵੱਡਾ ਗੌਰਮੈਂਟ ਕਾਲਜ, ਉੱਥੇ ਮੈਂ ਸੀਨੀਅਰ 'ਚ ਜਾ ਕੇ ਬਹਿੰਦਾ ਹੁੰਦਾ ਸੀਗਾ। ਇੱਕ ਉੱਥੇ ਥੋੜ੍ਹਾ ਜਿਹਾ ਐਂ ਹੁੰਦਾ ਸੀ ਵੀ ਲੜਾਈਆਂ ਪੜ੍ਹਾਈਆਂ ਹੁੰਦੀਆਂ ਸੀ, ਆਪਦੇ ਮਨ 'ਚ ਵੀ ਇਹ ਹੋ ਗਿਆ ਵੀ ਨਾ ਚੱਲੇ ਯਾਰ, ਕੋਈ ਜਾਣੇ ਮੈਨੂੰ ਵੀ। ਅਤੇ ਬਸ ਉੱਥੋਂ ਕਹਿੰਦੇ ਵੀ ਆਹ ਚੀਜ਼ ਆਈ ਹੈ, ਸਮੈਕ ਪੀ ਕੇ ਦੇਖ ਐਂ ਭੁੱਲ ਜਾਂਦਾ ਬੰਦਾ ਅਗਲੇ ਦਿਨ। ਉਹ ਸਵਾਦ 'ਚ ਬਸ ਇੱਕ ਐਕਸਪੈਰੀਮੈਂਟ ਤੌਰ 'ਤੇ ਕਰਦੇ ਵੀ ਮੈਂ ਹੀ ਵੇਖਾਂ ਪੀ ਕੇ। ਅਤੇ ਬਸ ਉਹ 'ਚ ਸ਼ੁਰੂ ਹੋ ਗਿਆ ਜੀ। ਫਿਰ ਸਮੈਕ ਦਾ ਚੱਲ ਪਿਆ 2-3 ਸਾਲ ਇਹ ਚੱਲਿਆ ਕੰਮ ਜੀ। ਫਿਰ ਉਹ ਵੀ ਦੌਰ ਆਇਆ ਜਦੋਂ ਚਿੱਟਾ ਵੀ ਲਾਉਣ ਲੱਗ ਪਏ? ਹਾਂਜੀ। ਕਿਵੇਂ ਆਇਆ? 2012 'ਚ, 12 ਦੀ ਗੱਲ ਹੈ ਜੀ। ਮੇਰਾ ਫਰੈਂਡ ਸੀਗਾ ਨਾਲ ਦੇ ਪਿੰਡੋਂ, ਉਹ ਬਠਿੰਡੇ ਰਹਿੰਦਾ ਹੁੰਦਾ ਸੀਗਾ ਪੀਜੀ 'ਚ। ਅਤੇ ਅਲੱਗ ਸੌਰੀ ਸੈਪਰੇਟ ਸੀਗਾ, ਪੀਜੀ ਨਹੀਂ ਸੀਗਾ, ਉਹ ਕਮਰਾ ਲਿਆ ਸੀ ਉਹਨੇ। ਅਤੇ ਉਦੋਂ ਨਾ ਪੰਨੀ ਦਾ ਦੌਰ ਸੀਗਾ, ਪੇਪਰ 'ਤੇ ਪੀਂਦੇ ਹੁੰਦੇ ਸੀ ਅਤੇ ਜਗ੍ਹਾ ਨਹੀਂ ਮਿਲਦੀ ਸੀ ਉੱਥੇ। ਜਿਹੜੇ ਬਠਿੰਡੇ ਰਹਿੰਦੇ ਹੁੰਦੇ ਸੀ ਮੁੰਡੇ ਜਾਂ ਕੋਈ ਲੋਕਲ ਸੀਗੇ, ਉਹਦੇ ਕੋਲ ਆ ਕੇ ਪੀਂਦੇ ਹੁੰਦੇ ਸੀ। ਉਹਨੇ ਮੈਨੂੰ ਇੱਕ ਹੀ ਗੱਲ ਕਹੀ, ਕਹਿੰਦਾ ਨਾ ਤੂੰ ਆ ਤਾਂ ਜਾ ਘਰੇ ਲੜ ਕੇ ਗਿਆ ਸੀ। ਮੈਨੂੰ ਕਹਿੰਦਾ ਇੱਥੇ ਰੋਟੀ ਦੀ ਕੋਈ ਗਰੰਟੀ ਨਹੀਂ, ਪਰ ਤੈਨੂੰ ਚਿੱਟਾ ਲਵਾਊਂਗਾ ਫੁੱਲ ਹੀ ਮੈਂ, ਵੀ ਚਿੱਟੇ ਨਾਲ ਤੈਨੂੰ ਰਜਾ ਦੂੰਗਾ। ਮੈਂ ਕਿਹਾ ਯਾਰ ਉਹ ਕੀ ਹੁੰਦਾ? ਕਹਿੰਦਾ ਪਿਆਊਂਗਾ ਕੋਈ ਨਹੀਂ, ਆ ਜਾ। ਉਹੀ ਫਿਰ ਉਤਸੁਕਤਾ ਜਿਵੇਂ ਬਚਪਨ ਤੋਂ ਸੀਗੀ ਮੇਰੇ 'ਚ ਵੀ ਨਵੀਂ ਚੀਜ਼, ਪਰ ਉਹ ਗਲਤ ਪਾਸੇ ਟਰਾਈ ਕਰਨ ਲੱਗ ਗਿਆ ਮੈਂ ਉਹ ਚੀਜ਼ ਨੂੰ।
ਉੱਥੇ ਬਸ ਉਹਨੇ ਸ਼ੁਰੂ ਬਸ ਉਹਦੇ ਕੋਲੇ ਬੰਦੇ ਆਉਂਦੇ ਸੁਬਾਹ ਸ਼ਾਮ ਹੀ ਲੱਗੇ ਰਹਿੰਦੀ ਸੀ ਲੈਣ, ਕੋਈ ਆ ਗਿਆ ਟਾਈਮ ਲਾ ਕੇ ਆਪਦਾ ਪੀਣ, ਵਿੱਚੋਂ ਸਾਨੂੰ ਕੋਈ 2-4 ਲੈਣਾ ਲਵਾਤੀਆਂ ਜੀ। ਤੇ ਮੈਂ 15-20 ਦਿਨ ਰਿਹਾ ਹੋਊਗਾ ਜੀ। ਉਦੋਂ ਬਾਅਦ ਪਿੰਡ ਆ ਗਿਆ ਤੇ ਉਹ ਵੀ ਥੋੜ੍ਹੇ ਚਿਰ ਬਾਅਦ ਪਿੰਡ ਆ ਗਿਆ ਜੀ। ਪਿੰਡ ਆ ਗਿਆ ਜਦੋਂ ਤੇ ਬਾਅਦ ਚੋਂ ਇੰਜੈਕਸ਼ਨ ਲਾਉਣ ਲੱਗ ਗਿਆ ਉਹ ਵੀ, ਤੇ ਉਹਦੇ ਨਾਲ ਫਿਰ ਇੰਜੈਕਸ਼ਨ ਵੀ ਸ਼ੁਰੂ ਕਰਤੇ ਜੀ ਮੈਂ। ਹਾਂਜੀ ਜੀ, ਘਰਦਿਆਂ ਨੂੰ ਕਦੋਂ ਪਤਾ ਲੱਗਿਆ ਕਿ ਇਦਾਂ ਦਾ ਹੋ ਗਿਆ? ਕਿਉਂਕਿ ਜਦੋਂ ਚਿੱਟਾ ਲਾਉਣ ਲੱਗ ਜਾਂਦਾ ਕੋਈ ਨੌਜਵਾਨ ਤਾਂ ਘਰੋਂ ਪੈਸੇ ਮੰਗਣੇ ਲਾਜ਼ਮੀ ਹੋ ਜਾਂਦੇ ਕਿ ਘਰੋਂ ਹੀ ਪੈਸੇ ਲੈਣੇ, ਹੋਰ ਕਿੱਥੇ ਜਾਣਾ ਹੈ। ਤਾਂ ਸ਼ੁਰੂਆਤ ਤਾਂ ਪੈਸੇ ਘਰੋਂ ਮੰਗਣ ਤੋਂ ਹੀ ਹੁੰਦੀ ਹੈ। ਤਾਂ ਘਰੋਂ ਕਦੋਂ ਮੰਗਣੇ ਸ਼ੁਰੂ ਕੀਤੇ ਪੈਸੇ? ਘਰੋਂ ਦੇਖੋ ਜੀ, ਜਦੋਂ ਤਾਂ ਮੈਂ ਪੜ੍ਹਦਾ ਹੁੰਦਾ ਸੀ, ਸਟੱਡੀ ਕਰਦਾ ਸੀ ਮੁਕਤਸਰ ਸਾਹਿਬ, ਜਦੋਂ ਸ਼ੁਰੂ ਹੋਇਆ ਮੈਂ ਨਸ਼ੇ 'ਚ, ਘਰਦਿਆਂ ਤੋਂ ਪਹਿਲਾਂ ਤਾਂ ਸਟੱਡੀ ਤੌਰ 'ਤੇ ਲਿਜਾਂਦਾ ਰਿਹਾ ਪੈਸੇ, ਕਮਰਾ ਲੈ ਲਿਆ ਸੀ ਮੈਂ ਮੁਕਤਸਰ। ਤੇ ਉਦੋਂ ਬਾਅਦ ਮੈਂ ਜਦੋਂ ਪਾਪਾ ਗਏ ਮੈਨੂੰ ਲੈ ਕੇ ਉੱਥੇ ਰੋਲ ਨੰਬਰ ਦਿੱਤਾ ਪ੍ਰਿੰਸੀਪਲ ਨੇ, ਤੇ ਗਏ ਉੱਥੇ ਪੁੱਛਿਆ, ਕਹਿੰਦੇ ਵੀ ਤਾਂ ਆਇਆ ਨਹੀਂ ਗਾ, ਸਕੂਲ ਹੀ ਨਹੀਂ ਆਉਂਦਾ, ਤਾਂ ਜਾਣਦੇ ਨਹੀਂ ਕੌਣ ਹੈ ਇਹ। ਤੇ ਉੱਥੇ ਮੇਰੇ ਐਵੇਂ ਤੁਹਾਨੂੰ ਆਖਿਆ ਵੀ ਜ਼ਿੰਦਗੀ 'ਚ ਪਹਿਲੀ ਵਾਰੀ ਉਹ ਦਿਨ ਸੀ ਜਿੱਦੇ ਮੇਰੇ ਥੱਪੜ ਵੱਜੇ ਪ੍ਰਿੰਸੀਪਲ ਦੇ ਸਾਹਮਣੇ, ਪਾਪਾ ਨੇ ਮਾਰਿਆ ਮੈਨੂੰ। ਤੇ ਮੈਂ ਗੁੱਸੇ 'ਚ ਉੱਥੋਂ ਲੜ ਕੇ ਉਹਦੇ ਕੋਈ ਫਰੈਂਡ ਸੀ ਇੱਧਰ ਮੋਗਾ ਸਾਈਡ, ਉਹਨਾਂ ਕੋਲੇ ਚਲਾ ਗਿਆ। ਉੱਥੇ ਵੀ ਸ਼ੀਸ਼ੀਆਂ ਉਦੋਂ ਆਮ ਸੀ ਉੱਥੇ, ਉੱਥੇ ਉਹ ਸੰਗਤ ਵੀ ਸਾਰੀ ਉਹੋ ਜਿਹੀ ਹੋ ਗਈ, ਤੇ ਉੱਥੇ ਪੀਣ ਲੱਗ ਗਿਆ। ਤੇ ਬਾਅਦ 'ਚ ਜਦੋਂ ਇਹ ਫੋਨ ਕਰਿਆ ਕਰਦੇ ਸੀ ਘਰ ਦੇ ਮੈਨੂੰ, ਮੇਰੀ ਜ਼ਬਾਨ ਥਥਲਾਉਂਦੀ ਸੀਗੀ ਉਦੋਂ, ਉੱਥੋਂ ਥੋੜ੍ਹਾ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਸ਼ੀਸ਼ੀਆਂ ਦੇ ਦੌਰ 'ਚ ਵੀ ਵੜ ਗਿਆ, ਹੁਣ ਵੀ ਗਲਤ ਪਾਸੇ ਜਾ ਵੜਿਆ, ਨਸ਼ੇ ਤੇ ਲਾ ਲਓ, ਸ਼ੀਸ਼ੀਆਂ ਕਾਸੇ ਤੇ ਵੀ ਨਸ਼ਾ ਕਰਨ ਲੱਗ ਗਿਆ। ਇਦਾਂ ਦਾ ਕੋਈ ਮਤਲਬ ਬਚਪਨ ਵਿੱਚ ਕੋਈ ਸ਼ਰਾਰਤੀ ਸੀਗੇ ਤੁਸੀਂ, ਜਾਂ ਮਾਪਿਆਂ ਨੂੰ ਹੁੰਦੇ ਕਿ ਹਾਂ ਸੰਗਤ ਮਾੜੀ ਹੈ, ਕਿ ਦੋਸਤ ਇਹੋ ਜਿਹੇ ਹੈ ਕਿ ਬੱਚਾ ਸਾਡਾ ਇਸ ਲਾਈਨ ਵਿੱਚ ਜਾ ਸਕਦਾ, ਕਿ ਮਾਪਿਆਂ ਨੇ ਕਦੀ ਸੋਚਿਆ ਵੀ ਨਹੀਂ ਸੀ? ਨਹੀਂ ਜੀ, ਮੈਂ ਤਾਂ ਨਿੱਕਾ ਹੁੰਦਾ ਸ਼ੁਰੂ ਤੋਂ ਹੀ ਲਾ ਲਓ ਵੀ ਇੰਨਾ ਕੁ ਹੁੰਦਾ ਸੀ, ਮੈਂ ਕੋਈ ਖੜਕਾ ਵੀ ਹੁੰਦਾ ਮੈਂ ਡਰ ਕੇ ਪੇਟੀਆਂ ਥੱਲੇ, ਇੰਨਾ ਕੁ ਸ਼ਰੀਫ ਲਾ ਲਓ ਵੀ ਘਰਦਿਆਂ ਨੂੰ ਕਦੇ ਇੱਦਾਂ ਸੋਚਿਆ ਨਹੀਂ ਸੀ ਘਰਦਿਆਂ ਨੇ ਵੀ ਇਸ ਪਾਸੇ ਜਾ ਵੜੂਗਾ। ਯਕੀਨ ਬਾਹਲਾ ਸੀਗਾ, ਕੁਛ ਮਗਰ ਵੀ ਨਹੀਂ, ਤੁਹਾਨੂੰ ਪਤਾ ਯਕੀਨ ਹੋ ਗਿਆ, ਪਾਪਾ ਨੂੰ ਮਗਰ ਨਹੀਂ ਗਏਗੇ। ਜਦੋਂ +1 +2 'ਚ ਹੋ ਗਿਆ ਮੈਂ, ਥੋੜ੍ਹਾ ਜਿਹਾ ਮਗਰਾ ਨਹੀਂ ਕੀਤਾ ਮੇਰਾ, ਵੀ ਜਾਂਦਾ ਕਿ ਨਹੀਂ, ਦੇਖਾਂ ਚੈੱਕ ਕਰਾਂ ਕਿ ਨਹੀਂ, ਅਕਸਰ ਹੁੰਦਾ। ਪਰ ਉਹਨਾਂ ਨੂੰ ਯਕੀਨ ਹੀ ਇੰਨਾ ਸੀ ਮੇਰੇ ਤੇ ਵੀ ਨਹੀਂ, ਸਾਡਾ ਬੱਚਾ ਗਲਤ ਨਹੀਂ ਹੋ ਸਕਦਾ। ਤੇ ਉਹ ਚੀਜ਼ ਥੋੜ੍ਹੀ ਨੈਗੇਟਿਵ ਵਾਲੇ ਪਾਸੇ ਚਲਿਆ ਗਿਆ। ਪਹਿਲੀ ਵਾਰ ਘਰੋਂ ਕਿੰਨੇ ਪੈਸੇ ਮੰਗੇ ਸੀ? ਪਹਿਲੀ ਵਾਰੀ ਜਦੋਂ ਸ਼ੁਰੂ 'ਚ ਹੋਇਆ, ਲੈਂਦਾ ਤਾਂ ਪੜ੍ਹਾਈ ਦੇ ਬਹਾਨੇ ਸੀਗਾ। ਹਫ਼ਤੇ ਦਾ 7-7 ਹਜ਼ਾਰ ਰੁਪਈਆ ਲੈ ਜਾਂਦਾ, 8-8 ਹਜ਼ਾਰ ਰੁਪਈਆ। ਉਹਨਾਂ ਨੂੰ ਕਹਿੰਦੇ ਘਰਦਿਆਂ ਨੂੰ ਚਲੋ ਰੋਟੀ ਪਾਣੀ ਦਾ ਖਰਚਾ, ਬਾਕੀ ਟਿਊਸ਼ਨ ਫੀਸ ਹੁੰਦੀ ਆ, ਬਾਕੀ ਮੋਟਰਸਾਈਕਲ ਰੱਖਿਆ ਸੀ ਉਹਦਾ ਪੈਟਰੋਲ ਵਗੈਰਾ ਐਂ ਲੈ ਜਾਂਦਾ ਸੀ। ਤੇ ਸਾਰੇ ਫਿਰ ਉੱਥੇ ਹੀ ਚਿੱਟੇ ਤੇ ਲਾ ਦਿੰਦੇ ਸੀ? ਨਹੀਂ ਹਾਂ, ਨਸ਼ੇ ਤੇ ਲਾ ਦਿੰਦਾ ਸੀ ਉਦੋਂ। ਹਾਂਜੀ, ਉਦੋਂ ਸ਼ੀਸ਼ੀਆਂ ਚੱਲਦੀਆਂ, ਉਦੋਂ ਸ਼ੀਸ਼ੀਆਂ ਤੇ ਲਾ ਦਿੰਦਾ ਸੀ ਬਸ। ਬਾਕੀ ਨਾਲ ਜਿਹੜੇ ਰਹਿੰਦੇ ਤੁਹਾਨੂੰ ਪਤਾ ਹੀ, ਉਹਨਾਂ ਨੂੰ ਐਂ ਹੁੰਦਾ ਸੀ 4 ਪੈਸੇ ਆ ਬਾਈ ਕੋਲੇ, ਬਾਈ ਕਹਿੰਦੇ ਸੀਗੇ ਨਸ਼ੇ ਦੇ ਦੌਰ 'ਚ ਵੀ ਬਾਈ ਕੋਲੇ ਹੈਗੇ ਪੈਸੇ, ਚਲੋ ਨਾਲ ਰਹਿੰਦੇ ਫਿਰ ਉਸ ਸਮੇਂ ਲੋਕ ਉਹ ਇੱਜ਼ਤ। ਹਾਂਜੀ ਕਰਦੇ ਆ, ਜਦੋਂ 4 ਚਿੱਲੜ ਉਹਨਾਂ ਜੇਬ 'ਚ, ਥੱਲੇ ਗੱਡੀ ਹੋਵੇ, ਉਦੋਂ ਇੱਜ਼ਤ ਬਹੁਤ ਕਰਦੇ ਆ। ਪਰ ਉਹ ਮੈਂ ਯਾਰ ਨਹੀਂ ਕਹਿੰਦਾ ਜਿਹੜੇ ਨਸ਼ੇ 'ਚ, ਜਿਹੜਾ ਉਦੋਂ ਆਪਾਂ ਨੂੰ ਭੈੜੇ ਲੱਗਦੇ ਹੁੰਦੇ ਜਿਹੜੇ ਰੋਕਦੇ ਆ, ਐਂ ਲੱਗਦਾ ਯਾਰ ਇਹਨਾਂ ਨੂੰ ਕੀ ਪਤਾ। ਤੇ ਜਿਹੜੇ ਨਸ਼ਾ ਕਰਦੇ ਆ ਉਹ ਐਂ ਲੱਗਦੇ ਆ ਉਦੋਂ ਵੀ ਇਹ ਅਸਲੀ ਭਰਾ ਹੀ ਆ ਨਸ਼ੇ 'ਚ, ਕਿਉਂਕਿ ਆਪਦੀ ਦੁਨੀਆ 'ਚ ਅਸੀਂ ਰੰਗੇ ਹੁੰਦੇ ਆ ਉਦੋਂ, ਉਹ ਵੀ ਸਾਨੂੰ ਭਰਾ ਉਹੀ ਲੱਗਦੇ ਹੁੰਦੇ ਆ ਵੀ ਯਾਰ ਇਹ ਸਹੀ ਆ, ਵੀ ਕਿਸੇ ਭਰਾ ਨੇ ਕੋਈ 200 ਰੁਪਈਆ ਦੇ ਤਾਂ ਹਾਂ ਇਹ ਚੰਗਾ, ਇਹਨੇ ਨਸ਼ੇ ਵਾਸਤੇ ਪੈਸੇ ਦੇ, ਤੇ ਜਿਹੜੇ ਨੇ ਜਵਾਬ ਦੇਤਾ ਉਹ ਬਸ ਸਾਡਾ ਦੁਸ਼ਮਣ ਆ। ਆਹ ਚੀਜ਼ ਹੋ ਜਾਂਦੀ ਜੀ। ਜਦੋਂ ਘਰ ਪਤਾ ਲੱਗਦਾ ਹੈ ਫਿਰ ਘਰਦਿਆਂ ਤੇ ਕੀ ਬੀਤਦੀ ਹੈ? ਮਾਪਿਓ ਨੇ ਕੀ ਕਿਹਾ? ਘਰ ਦੇ ਪਾਪਾ ਨੂੰ ਵੀ ਬਹੁਤ ਇਹ ਚੀਜ਼ ਦੀ ਠੇਸ ਪਹੁੰਚੀ, ਮੰਮਾ ਨੂੰ ਵੀ, ਬਾਕੀ ਚਾਚੇ ਵਰਗੇ ਜਿਵੇਂ ਸਾਰਿਆਂ ਨੂੰ ਬਹੁਤ ਇਹ ਚੀਜ਼ ਦਾ ਲੱਗਿਆ ਵੀ ਅਸੀਂ ਤਾਂ ਤੇਰੇ ਮੋਢਿਆਂ ਤੇ ਸਟਾਰ ਦੇਖਣਾ ਚਾਹੁੰਦੇ ਸੀਗੇ, ਤੇ ਤੂੰ ਕਿਹੜੇ ਕੰਮਾਂ 'ਚ ਪੈ ਗਿਆ। ਅਕਸਰ ਰੋ ਪੈਂਦੇ ਸੀ ਡੈਡੀ ਜੀ ਮੇਰੇ ਕੋਲੇ ਬੈਠੇ, ਯਾਰ ਤੂੰ ਜਿਹੜੇ ਕੰਮਾਂ 'ਚ ਪੈ ਗਿਆ ਨਾ, ਜੇ ਤੂੰ ਸਹੀ ਰਾਹ 'ਤੇ ਹੁੰਦਾ ਜਿਹਨੂੰ ਤੇਰੇ ਸਟਾਰ ਲੱਗੇ ਹੋਣੇ ਸੀਗੇ। ਚਾਚਾ ਜੀ ਵੀ ਬਹੁਤ ਰੋਂਦੇ ਹੁੰਦੇ ਸੀ ਮੇਰੇ ਕੋਲੇ ਕਈ ਵਾਰੀ ਬੈਠੇ, ਜਦੋਂ ਕਿਸੇ ਨੇ ਕੋਈ ਲਾਂਭਾ ਦੇ ਦੇਣਾ ਵੀ ਉੱਥੇ ਫਿਰਦਾ ਸੀ ਡੱਕਿਆ, ਜਾਂ ਉਹਨਾਂ ਨਾਲ ਲੜਦਾ ਫਿਰਦਾ ਸੀ ਉੱਥੇ ਤੁਹਾਡਾ ਮੁੰਡਾ, ਤਾਂ ਚਾਚਾ ਜੀ ਵੀ ਅਕਸਰ ਰੋ ਪੈਂਦੇ ਵੀ ਯਾਰ ਤੂੰ ਹਟ ਜਾ। ਉਦੋਂ ਪਰ ਨਹੀਂ ਦਿਮਾਗ 'ਚ ਆਉਂਦੀ ਸੀ ਇਹ ਗੱਲ ਵੀ ਕਹਦੇ ਐਵੇਂ ਫਿਰਦੇ ਆ ਤਾਂ ਨਾ ਚੱਲਦਾ ਆਪਣਾ ਐ, ਜਾਂ 100 ਗੱਲਾਂ ਮਨ 'ਚ ਆਉਂਦੀਆਂ ਸੀ ਉਦੋਂ। ਛੁਡਵਾਉਣ ਦੀ ਵੀ ਕੋਸ਼ਿਸ਼ ਕੀਤੀ ਘਰਦਿਆਂ ਨੇ? ਹਾਂਜੀ, ਪਿਆਰ ਨਾਲ, ਪਰ ਮੈਨੂੰ ਕਦੇ ਐ ਨਹੀਂ ਵੀ ਸੈਂਟਰ 'ਚ ਗਾਤਾ ਜਾਂ ਕੋਈ ਕੁੱਟ ਮਾਰ ਕੀਤੀ ਮੇਰੇ ਨਾਲ, ਵੀ ਹਮੇਸ਼ਾ ਪਿਆਰ ਨਾਲ ਹੀ ਸਮਝਾਇਆ ਵੀ ਹੋ ਸਕਦਾ ਸੁਧਰ ਜੇ। ਪਰ ਉਦੋਂ ਨਹੀਂ ਕੋਈ ਦਿਮਾਗ 'ਚ ਪਈ ਗੱਲ। ਇਹ ਤਾਂ ਜੀ ਦੇਖੋ ਆਂਦੇ ਹੁੰਦੇ ਵੀ ਕਿਸੇ ਦੇ ਸਮਝਾਇਆ ਕੋਈ ਘੋਲ ਕੇ ਨਹੀਂ ਪਾ ਸਕਦਾ ਆਪਣੇ ਦਿਮਾਗ 'ਚ, ਜੇ ਵੀ ਕੋਈ ਆਪਾਂ ਕਿਸੇ ਨੂੰ ਸਮਝਾ ਸਕਦੇ, ਕੋਈ ਸੱਟ ਇਹ ਜਿਹੀ ਵੱਜਦੀ ਹੈ, ਠੋਕਰ ਲੱਗ ਜਾਂਦੀ ਆ, ਬੰਦਾ ਫੇਰ ਮੁੜਦਾ। ਰੱਬ ਕੋਈ ਨਾ ਕੋਈ ਮੌਕਾ ਜ਼ਰੂਰ ਦਿੰਦਾ ਬੰਦੇ ਨੂੰ ਵੀ ਤੂੰ ਵਾਪਸ ਮੁੜਿਆ, ਹੁਣ ਇਹ ਤੋਂ ਬਾਅਦ ਤੇਰਾ ਅੰਤ ਆ। ਜਿਹੜਾ ਸਮਝ ਜਾਂਦਾ ਜੀ ਸਮਝ ਜਾਂਦਾ, ਨਹੀਂ ਤਾਂ ਫਿਰ ਅੰਤ ਦਾ ਤੁਹਾਨੂੰ ਪਤਾ ਹੀ ਸਿਵਿਆਂ 'ਚ ਹੀ ਹੁੰਦਾ ਜੀ। ਪੈਸਿਆਂ ਲਈ ਉਸ ਦੌਰ ਵਿੱਚ ਲੋਕੀ ਬਹੁਤ ਕੁਝ ਕਰਦੇ ਆ, ਤੁਸੀਂ ਕੀ ਕੀਤਾ ਪੈਸੇ ਲੈਣ ਲਈ ਕਿ ਨਸ਼ਾ ਕਿਤੋਂ ਨਾ ਕਿਤੋਂ ਅਰੇਂਜ ਹੋ ਜਾਏ? ਪਹਿਲਾਂ ਤਾਂ ਸ਼ੁਰੂਆਤ ਤਾਂ ਚਲੋ ਘਰੋਂ ਮਿਲ ਹੀ ਜਾਂਦੀ, ਜਦੋਂ ਘਰੇ ਪਤਾ ਲੱਗਣ ਲੱਗ ਗਿਆ ਉਸ ਤੋਂ ਬਾਅਦ ਥੋੜ੍ਹਾ ਜਿਹਾ ਮੈਂ ਸਕੂਲੀ ਟਾਈਮ ਹੀ ਡਰਾਮਾ ਕਰਦਾ ਹੁੰਦਾ ਸੀਗਾ, ਕੀਤਾ ਮੈਂ +1 +2 ਤੱਕ ਹੀ, ਸ਼ੁਰੂ ਤੋਂ ਲੈ ਕੇ ਬਚਪਨ ਤੋਂ। ਉਹ ਚੀਜ਼ ਦਾ ਮੈਂ ਗਲਤ ਫਾਇਦਾ ਉਠਾਉਣ ਲੱਗ ਗਿਆ, ਘਰੇ ਐਵੇਂ ਕਹਿੰਦੇ ਭੂਤ ਆ ਗਈ ਮੇਰੇ, ਜਿਵੇਂ ਕਹਿ ਦਿੰਦੇ ਆ, ਉਹ ਚੀਜ਼ਾਂ ਦੀ ਐਕਟਿੰਗ ਕਰਨ ਲੱਗ ਗਿਆ।
ਤੇ ਜਿਵੇਂ ਹੁਣ ਕੱਲ ਨੂੰ ਪੈਸੇ ਚਾਹੀਦੇ ਆ, ਅੱਜ ਰਾਤ ਨੂੰ ਐਵੇਂ ਰੌਲਾ ਪਾਉਣ ਲੱਗ ਜਾਣਾ, ਇਹ ਭੂਤ ਆ ਗਿਆ ਮੇਰੇ 'ਚ, ਐ ਮੁਸਲਮਾਨ ਆ ਗਿਆ ਮੇਰੇ 'ਚ, ਐਂ ਹੋ ਗਿਆ, ਜਿਉਂ ਹੋ ਗਿਆ। ਘਰਦਿਆਂ ਨੂੰ ਡਰ ਲੱਗਣ ਲੱਗ ਤੇ ਤੜਕੇ ਕਹਿੰਦਾ ਇੰਨੇ 10,000 ਦੇ ਦਿਓ, 20,000। ਘਰਦਿਆਂ ਨੂੰ ਡਰਦਿਆਂ ਨੇ ਦੇ ਦਿੰਦੇ, ਐਵੇਂ ਚੇਲਿਆਂ ਕੋਲੇ ਲੈ ਜਾਂਦੇ। ਮੈਨੂੰ ਪਤਾ ਉਹਨਾਂ ਨੂੰ ਵੀ ਹੁੰਦਾ ਤੇ ਪਤਾ ਮੈਨੂੰ ਵੀ ਹੁੰਦਾ ਸੀ ਕੁਛ ਨਹੀਂ ਮੇਰੇ। ਉਹਦੇ ਕੋਲੇ ਉਹਨਾਂ ਕੋਲੇ ਵੀ ਐਵੇਂ ਸਿਰ ਘਮਾਉਣ ਲੱਗ ਜਾਣਾ ਤੇ ਉਹਨਾਂ ਨੇ ਕਹਿਣਾ ਚਾਹ ਚਾਹੇ ਇਹਨੂੰ ਐਂ ਹੋ ਗਿਆ, ਜਿਉਂ ਹੋ ਗਿਆ, ਇਹਨੂੰ ਜਵਾਬ ਨਾ ਦਿਓ, ਇਹਨੂੰ ਨਾਲ ਲੈ ਜੂ, ਮਾਰ ਦੂ ਇਹਨੂੰ ਪਵਿੱਤਰ ਨੂੰ, ਇਹ 'ਚ ਜਿਹੜੀ ਰੂਹ ਆ। ਉਹ ਚੀਜ਼ਾਂ ਤੋਂ ਘਰ ਦੇ ਡਰ ਗਏ ਤੇ ਬਸ ਉਹ ਪੈਸੇ ਐਂ ਦੇਣ ਲੱਗ ਗਏ। ਫਿਰ ਜੀ ਕੁਛ ਤਾਂ ਲੜਾਈਆਂ ਪੜ੍ਹਾਈਆਂ ਜਦੋਂ ਹੁੰਦੀਆਂ ਸੀਗੀਆਂ ਕਾਲਜਾਂ 'ਚ, ਉਦੋਂ ਬੰਦੇ ਲਿਜਾਣ ਲੱਗ ਗਏ, ਉਹਨਾਂ ਦੇ ਪੈਸੇ ਲੈ ਲੈਂਦੇ ਉਹਨਾਂ ਤੋਂ। ਜੇ ਕੋਈ ਪ੍ਰਧਾਨਗੀ ਜਿਵੇਂ ਕੋਈ ਲੜਦਾ ਸੀ ਉੱਥੇ, ਤੇ ਜਾਂ ਕੋਈ ਰੈਲੀ ਹੁੰਦੀ ਸੀ ਲੀਡਰਾਂ ਦੀ, ਉਹ 'ਚ ਲੈ ਜਾਂਦੇ ਬੰਦੇ, ਲੈ ਜਾਂਦੇ ਤੇ ਉਹ ਜਾਂ ਤਾਂ ਨਸ਼ਾ ਕਰਾ ਦਿੰਦੇ ਸੀ ਤੇ ਜਾਂ ਪੈਸੇ ਹੀ ਦੇ ਦਿੰਦੇ ਉੱਕੇ ਬੁੱਕੇ। ਫਿਰ ਆ ਕਬਜ਼ੇ ਲੈਣ ਲੱਗ ਗਏ, ਜਾਂ ਕਿਸੇ ਕੋਈ ਚਪੇੜੇ ਮਾਰੇ ਕਿਸੇ ਦੇ, ਜਾਂ ਕੋਈ ਲੱਤ ਬਾਂਹ ਤੋੜਤੀ, ਐਂ ਚੱਲ ਪਿਆ ਜੀ ਕੰਮ। ਫਿਰ ਇੱਦਾਂ ਪੈਸੇ ਰੇਂਜ ਹੋਣ ਲੱਗ ਗਏ। ਪਰ ਉਹ ਇੰਨਾ ਵੀ ਕਦੇ ਕੋਈ ਚੋਰੀ ਨਹੀਂ ਕੀਤੀ, ਕਿਸੇ ਨਾਲ ਠੱਗੀ ਨਹੀਂ ਮਾਰੀ ਜੀ, ਆਹ ਚੀਜ਼ਾਂ ਨਹੀਂ ਕੀਤੀਆਂ। ਬਾਕੀ ਧੀ ਭੈਣ ਦੀ ਇੱਜ਼ਤ ਕੀਤੀ ਅੱਜ ਤੱਕ ਜੀ। ਆਪਾਂ ਨੂੰ ਕੋਈ ਉਂਗਲ ਐਂ ਕਰਕੇ ਕਹਿ ਨਹੀਂ ਸਕਦਾ ਵੀ ਇਹ ਬੰਦੇ ਨੇ ਆਹ ਗਲਤ ਕੀਤਾ ਇੱਥੇ, ਜਾਂ ਕੋਈ ਨਹੀਂ ਕਹਿੰਦਾ ਪਿੰਡ 'ਚ ਵੀ ਜਾਂ ਬਾਹਰ ਅੰਦਰ ਵੀ। ਨਾ ਕਦੇ ਕੋਈ ਤੁਰੀ ਜਾਂਦੀ ਭੈਣ ਨੂੰ ਕਦੇ ਗਲਤ ਕਮੈਂਟ ਕੀਤਾ ਸੀ, ਨਾ ਹੀ ਕਿਸੇ ਨੂੰ ਕਰਨ ਦਿੱਤਾ ਸੀ ਜੇ ਕੋਈ ਨਾਲ ਵੀ ਹੁੰਦਾ ਸੀਗਾ। ਇਹ ਚੀਜ਼ਾਂ ਥੋੜ੍ਹੇ ਸੀਗੇ ਉਦੋਂ। ਮਤਲਬ ਪੈਸੇ ਦਿੰਦੇ ਸੀ ਤੁਹਾਨੂੰ ਕਿ ਉਹਨੂੰ ਜਾ ਕੇ ਕੁੱਟਣਾ ਹੈ? ਹਾਂਜੀ, ਤੇ ਤੁਹਾਨੂੰ ਪੈਸੇ ਦਿੰਦੇ ਸੀਗੇ? ਹਾਂਜੀ ਹਾਂਜੀ। ਕਿ ਕੌਣ ਦਿੰਦਾ ਸੀਗਾ, ਕੋਈ ਲੀਡਰ ਵਗੈਰਾ? ਵਿੱਚ ਲੀਡਰਾਂ ਦਾ ਵੀ ਹੁੰਦਾ ਸੀ ਕਈ ਵਾਰੀ, ਤਾਂ ਬਹੁਤ ਸਾਡੇ ਹੈਗੇ ਇੱਥੇ। ਹੁਣ ਨਾ ਤਾਂ ਚਲੋ ਕੀ ਲੈਣਾ ਆਪਾਂ ਉਹਨਾਂ ਦਾ, ਕਿਉਂਕਿ ਹੁਣ ਇਸ ਚੀਜ਼ ਤੋਂ ਨਿਕਲ ਚੁੱਕੇ ਹਾਂ। ਵੀ ਉਹ ਕਹਿੰਦੇ ਹੁੰਦੇ ਸੀ ਹਾਂ ਵੀ ਆ ਫਲਾਨਾ ਕੋਈ ਤੁਹਾਨੂੰ ਤੰਗ ਕਰਦਾ ਰਾਹ ਦਾ ਰੋੜਾ, ਤੁਸੀਂ ਡਰਾਓ ਧਮਕਾਓ ਜਾ ਕੇ। ਇਹ ਚੀਜ਼ਾਂ ਹੋਣ ਲੱਗ ਗਈਆਂ ਸੀਗੀਆਂ। ਫਿਰ ਪੈਸੇ ਦੇ ਦਿੰਦੇ ਸੀਗੇ, ਕੋਈ ਵੀ ਹੁੰਦਾ ਸੀ ਕੰਮ ਉਹਨਾਂ ਦਾ ਕਰੀਦਾ ਸੀ। ਹਾਂਜੀ ਜੀ। ਘਰੇ ਵੀ ਕਦੀ ਬਹਿ ਕੇ ਚਿੱਟਾ ਲਾਇਆ? ਹਾਂਜੀ, ਘਰੇ ਜਦੋਂ ਇੰਜੈਕਟ ਕਰਨ ਲੱਗ ਗਿਆ ਸੀ ਉਦੋਂ ਕਈ ਵਾਰੀ ਘਰੇ, ਜਿਵੇਂ ਕੋਠੇ 'ਤੇ ਚੜ੍ਹ ਗਿਆ ਜਾਂ ਬਾਥਰੂਮ 'ਚ ਜਾਂ ਖੇਤ ਦੇ ਮਗਰ ਆਪਣੇ ਖੇਤ ਆ, ਉੱਥੇ ਕੰਧ ਨਾਲ ਕੱਢ ਕੇ ਲਾ ਲੈਂਦਾ ਸੀ, ਐਂ ਕਰ ਲੈਂਦਾ ਸੀ। ਹਾਂਜੀ। ਕਦੀ ਫੜੇ ਤਾਂ ਨਹੀਂ ਗਏ ਘਰ? ਨਹੀਂ, ਫੜਿਆ ਤਾਂ ਨਹੀਂ ਗਿਆ ਗਾ ਮੈਂ ਘਰੇ, ਪਰ ਉਹ ਪਤਾ ਹੁੰਦਾ ਸੀ। ਇਕੱਲੀ ਮੇਰੀ ਵਾਈਫ ਨੂੰ ਨਹੀਂ ਪਤਾ ਸੀਗਾ, ਘਰਦਿਆਂ ਨੂੰ ਤਾਂ ਪਤਾ ਹੀ ਹੁੰਦਾ ਸੀ ਵੀ ਕਿੱਥੇ ਕੀ ਕਰਦਾ ਸਾਡਾ। ਅਕਸਰ ਇੱਦਾਂ ਹੁੰਦਾ ਕਿ ਬੜੇ ਇਹੋ ਜਿਹੀਆਂ ਕਹਾਣੀਆਂ ਤੁਸੀਂ ਵੀ ਸੁਣਿਆ ਹੋਏਗਾ ਕਿ ਕਿਸੇ ਨੇ ਆਪਣੀ ਮਾਂ ਨੂੰ ਕੁੱਟਣ ਲੱਗ ਜਾਣਾ, ਕਦੀ ਆਪਣੀ ਭੈਣ ਨੂੰ ਕੁੱਟਿਆ ਜਾਂ ਪਿਓ ਦੇ ਨਾਲ ਲੜਾਈ ਹੋ ਗਈ। ਤੁਸੀਂ ਤਾਂ ਨਹੀਂ ਇੱਦਾਂ ਕੀਤਾ ਕਿ ਆਪਣੀ ਕੋਈ ਗਹਿਣਾ ਵੇਚਿਆ ਹੋਏ, ਮੰਮੀ ਦਾ ਗਹਿਣਾ ਵੇਚਿਆ ਹੋਏ ਜਾਂ ਕਿਸੇ ਨੂੰ ਕੁੱਟਿਆ ਹੋਏ ਘਰਦਿਆਂ 'ਚੋਂ? ਨਹੀਂ ਮੈਮ, ਅੱਜ ਤੱਕ ਚਲੋ ਪਰਮਾਤਮਾ ਦੀ ਇੰਨਾ ਕੁ ਸ਼ੁਕਰ ਆ, ਗੁਜ਼ਾਰਾ ਕੁਛ ਘਰਦਿਆਂ ਦੀ ਪਰਵਰਿਸ਼ ਹੈ ਜੀ ਸੀਗੀ। ਨਾ ਤਾਂ ਕਦੇ ਮੈਂ ਡੈਡੀ 'ਤੇ, ਨਾ ਮੰਮੀ 'ਤੇ, ਜਾਂ ਭੈਣ 'ਤੇ, ਜਾਂ ਚਾਚੇ ਤਾਏ ਆਂਟ ਕਿਸੇ 'ਤੇ ਵੀ ਅੱਜ ਤੱਕ ਹੱਥ ਨਹੀਂ ਚੁੱਕਿਆ ਸੀ। ਚਲੋ ਇੰਨਾ ਜ਼ਰੂਰ ਹੁੰਦਾ, ਕਈ ਵਾਰੀ ਬੋਲ ਪੈਂਦਾ ਸੀ ਪੈਸੇ ਦਿਓ ਮੈਨੂੰ, ਇੰਨੇ ਪੈਸੇ ਚਾਹੀਦੇ ਆ, ਵੀ ਕੋਈ ਜ਼ਬਾਨ ਨਾਲ ਕੋਈ ਬੋਲ ਪਿਆ। ਪਰ ਅਕਸਰ ਮੈਂ ਸੁਣਿਆ ਵੀ ਕਹਿੰਦੇ ਸੀ ਮਾਂ ਨੂੰ ਕੁੱਟਦੇ ਰਹੇ ਹਾਂ ਜਾਂ ਅਸੀਂ ਪਿਓ ਨੂੰ ਕੁੱਟਿਆ, ਅਸੀਂ ਮੈਂ ਛਟੀ ਤੋੜ ਦਿੰਦਾ ਸੀ ਜਾਂ ਮਾਂ ਮੇਰੀ ਲੋਕੇ। ਪਰ ਆਪਾਂ ਅੱਜ ਤੱਕ ਇਹ ਨਹੀਂ ਕੀਤਾ ਗਾ। ਪਰਮਾਤਮਾ ਦੀ ਇੰਨੀ ਕਿਰਪਾ ਰਹੀ ਆ ਵੀ ਨਹੀਂ ਇਹ ਜਿਹਾ ਕੰਮ ਮੈਂ ਕੀਤਾ ਅੱਜ ਤੱਕ, ਨਹੀਂ ਇਹ ਹਰਕਤ ਇਹ ਜੀ ਨਹੀਂ ਕੀਤੀ ਜੀ। ਤੇ ਉਸ ਤੋਂ ਬਾਅਦ ਫਿਰ ਵਿਆਹ ਕਿਸ ਸਨ ਵਿੱਚ ਹੁੰਦਾ ਹੈ? ਉਦੋਂ ਨਸ਼ਾ ਚੱਲ ਹੀ ਰਿਹਾ ਸੀਗਾ, ਕਰ ਹੀ ਰਹੇ ਸੀ ਨਸ਼ਾ? ਹਾਂਜੀ, 2014 'ਚ ਮੇਰਾ ਵਿਆਹ ਹੁੰਦਾ ਜੀ। ਉਦੋਂ ਚੱਲ ਹੀ ਰਿਹਾ ਸੀਗਾ ਨਸ਼ੇ ਵਿੱਚ, ਯਾਨੀ ਕਿ ਹੁੰਦਾ ਹੀ ਸੀਗਾ ਉਦੋਂ ਮੈਂ, ਉਹ ਤੋਂ ਬਾਅਦ ਵੀ ਚੱਲੇ ਹੀ ਆ। ਹਾਂਜੀ। ਤੇ ਘਰ ਵਾਲੀ ਨੂੰ ਨਹੀਂ ਪਤਾ ਸੀ? ਘਰ ਵਾਲੀ ਨੂੰ ਛੋਟੇ ਮੋਟੇ ਦਾ ਜਦੋਂ ਕੋਈ ਬਾਹਲਾ ਹੁੰਦਾ ਸੀਗਾ, ਅੱਖਾਂ ਉੱਖਾਂ ਜ਼ਿਆਦਾ ਖੜੀਆਂ ਜਾਂ ਕੋਈ ਬਾਹਲਾ ਡਿੱਗਦਾ, ਉਦੋਂ ਸ਼ਰਾਬ ਕਹਿ ਦੇਣੀ ਜਾਂ ਫੀਮ ਜਾਂ ਪੋਸਤ ਖਾਧਾ। ਇਹ ਆਪਣੇ ਅਕਸਰ ਘਰਾਂ 'ਚ ਕਹਿ ਦਿੰਦੇ ਵੀ ਤਾਂ ਸਰਦਾਰੀ ਨਸ਼ਾ ਲਾ ਲਓ ਜਾਂ ਇਹ ਵੀ, ਪਰ ਨਸ਼ਾ ਤਾਂ ਨਸ਼ਾ ਹੀ ਸੀਗਾ। ਇਹ ਚੀਜ਼ ਦਾ ਕਹਿ ਦਿੰਦਾ ਸੀਗਾ ਮੈਂ। ਫਿਰ ਉਹਦੇ ਤੋਂ ਛੁਪਾਇਆ ਹੋਇਆ ਸੀ, ਉਹਨਾਂ ਤੋਂ ਨਹੀਂ? ਹਾਂਜੀ ਹਾਂਜੀ। ਉਹਨਾਂ ਨੂੰ ਕਦੋਂ ਪਤਾ ਚੱਲਿਆ ਤੇ ਕਿਵੇਂ ਪਤਾ ਚੱਲਿਆ? ਉਹਨਾਂ ਨੂੰ ਜਦੋਂ ਮੈਂ ਲਾਸਟ ਟਾਈਮ ਲਾਇਆ ਨਾ ਜੀ, 1 ਦਸੰਬਰ ਸੀਗਾ, ਸਾਲ ਹੋ ਜੂਗਾ ਹੁਣ ਆਊਗਾ ਜਿਹੜਾ ਦਸੰਬਰ, ਉਦੋਂ ਮੈਂ ਸਿਰਿੰਜ ਵਿੱਚ ਰਹਿ ਗਈ ਸੀ ਮੇਰੇ। ਸੁਬਾਹ ਦਾ ਬੇਹੋਸ਼ ਹੋਇਆ ਸੀ 7:30 8 ਵਜੇ ਦਾ, ਤੇ ਸ਼ਾਮ ਨੂੰ ਹੋਸ਼ ਆਈ ਸੀ ਮੈਨੂੰ। ਤੇ ਉਦੋਂ ਆ ਕੇ ਫਿਰ ਮੈਂ ਉੱਦੇ ਮੈਨੂੰ ਐਂ ਲੱਗਿਆ ਵੀ ਇਦੋਂ ਬਾਅਦ ਅੰਤ ਆ ਤੇਰਾ, ਅੱਜ ਬਚ ਗਿਆ ਤਾਂ ਠੀਕ ਆ, ਨਹੀਂ ਤਾਂ ਇਦੋਂ ਬਾਅਦ ਅੰਤ ਆ ਤੇਰਾ, ਜੇ ਨਾ ਹਟਿਆ ਤਾਂ ਤੂੰ। ਉਹਦੀ ਰਾਤ ਨੂੰ ਸ਼ਾਮ ਨੂੰ ਬੈਠੇ ਸੀ ਇੱਦਾਂ ਘਰੇ ਤੇ ਮੈਂ ਦੱਸਤਾ ਸੀਗਾ। ਪਹਿਲਾਂ ਤਾਂ ਬਹੁਤ ਦੁਖੀ ਹੋਏ, ਰੋਏ ਵੀ, ਪਰ ਉਹ ਇੰਨਾ ਕੁ ਗੱਲ ਉਹਨਾਂ ਨੇ ਕਹੀ ਵੀ ਚੱਲ ਇੰਨੀ ਖੁਸ਼ੀ ਆ ਮੈਨੂੰ ਤੂੰ ਆਪ ਦੱਸਤਾ ਵੀ ਚੱਲ ਇਦੋਂ ਬਾਅਦ ਨਾ ਇਹ ਕੰਮ ਕਰੀ। ਬਸ ਅਗਲੇ ਦਿਨ ਬਸ ਮੈਂ ਚਾਚਾ ਜੀ ਨੂੰ ਸੱਦ ਕੇ ਤੇ ਦਵਾਈ ਲੈ ਲਈ ਆਪਦੀ, ਤੇ ਦਵਾਈ ਖਾ ਲਈ। ਤੇ ਇਹ ਵੀ ਮੇਰਾ ਅਗਲਾ ਸਵਾਲ ਹੋਣਾ ਸੀਗਾ ਕਿ ਕਿਸ ਦੌਰਾਨ, ਕਿਸ ਸਮੇਂ ਦਿਮਾਗ 'ਚ ਆਇਆ? ਕਿਉਂਕਿ ਜੋ ਇਹ ਕਹਾਣੀ ਆ ਉਹ ਹੈ ਕਿ ਤੁਸੀਂ ਕਿਸ ਤਰ੍ਹਾਂ ਚਿੱਟੇ ਦੇ ਦਲਦਲ 'ਚ ਫਸਦੇ ਹੋ ਤੇ ਬਾਹਰ ਕਿਵੇਂ ਆਉਂਦੇ ਹੋ। ਇਹ ਤਾਂ ਤੁਸੀਂ ਸਾਨੂੰ ਦੱਸਿਆ ਕਿ ਮੈਂ ਫਸਦਾ ਚਲਾ ਗਿਆ, ਕਿ ਕੁਛ ਨਾ ਕੁਛ ਹੁੰਦਾ ਰਿਹਾ, ਪੈਸੇ ਵੀ ਕਰਨੇ, ਬਹੁਤ ਕੁਝ ਚੀਜ਼ਾਂ ਲੋਕੀ ਕਰਦੇ ਆ। ਉਸ ਤੋਂ ਬਾਅਦ ਕਦੋਂ ਦਿਮਾਗ 'ਚ ਆਇਆ? ਕਿਉਂਕਿ ਸਾਲ ਹੋਣ ਵਾਲਾ, ਤੁਸੀਂ ਜ਼ਿਕਰ ਕੀਤਾ 1 ਦਸੰਬਰ ਨੂੰ, ਤਾਂ ਕਰੀਬਨ 10-11 ਮਹੀਨੇ ਹੋ ਗਏ ਤੁਹਾਨੂੰ ਛੱਡੇ ਨੂੰ। ਤਾਂ ਕਿਵੇਂ 10-11 ਮਹੀਨੇ ਦੇ ਵਿੱਚ ਕੀ ਬਦਲਾਅ ਆਏ ਜ਼ਿੰਦਗੀ ਦੇ ਵਿੱਚ? ਤਾਂ ਜਦੋਂ ਪਿਛਲੇ ਸਾਲ ਦੀ ਗੱਲ ਕਰੀਏ ਤਾਂ ਕਿਵੇਂ ਦਿਮਾਗ 'ਚ ਆਇਆ ਕਿ ਹੁਣ ਬਸ ਹੁਣ ਇਹ ਅੰਤ ਹੈ, ਕਿ ਆਪਣੇ ਆਪ ਨੂੰ ਮਹਿਸੂਸ ਹੋਣ ਲੱਗਿਆ? ਬੋਡੀ ਵਿੱਚ ਕੀ ਚੇਂਜਸ ਆ ਰਹੇ ਸੀ ਉਸ ਟਾਈਮ? ਦੇਖੋ ਜੀ, ਪਹਿਲਾਂ ਤਾਂ ਐਂ ਹੁੰਦਾ ਸੀਗਾ, ਮੈਂ ਜਦੋਂ ਨਸ਼ਾ ਕਰਦਾ ਹੁੰਦਾ ਸੀ ਨਾਲ ਨਾ ਸਟੀਰੋਇਡ ਵਗੈਰਾ ਵਰਤਦਾ ਸੀ ਨਾਲ, ਵੀ ਲੋਕਾਂ ਨੂੰ ਇੱਕ ਜਾਂ ਥੋੜ੍ਹਾ ਜਿਹਾ ਰਿਸ਼ਤੇਦਾਰਾਂ ਨੂੰ ਲੱਗੇ ਵੀ ਇਹ ਖਾਂਦਾ ਪੀਂਦੇ, ਕਰਦਾ ਵੀ ਨਸ਼ਾ ਨਹੀਂ ਕਰਦਾ, ਵੀ ਬੋਡੀ ਐਂ ਰਹਿੰਦੀ ਸੀਗੀ।
ਲਾਸਟ ਸਾਲ ਇੰਨਾ ਕੁ ਜ਼ਿਆਦਾ ਹੋ ਗਿਆ, ਮੇਰੀ ਡੋਜ਼ ਵੱਧ ਗਈ ਵੀ ਉਹ ਚੀਜ਼ਾਂ ਵਰਤਣੋਂ ਹਟ ਗਿਆ ਤੇ ਸਰੀਰ ਜਮਾ ਮੇਰਾ ਖਤਮ ਵਾਲਾ ਕੰਮ ਹੋ ਗਿਆ ਵੀ ਕੰਬਣ ਲੱਗ ਜਾਂਦਾ ਸੀ ਐਵੇਂ ਬੈਠਾ, ਇੰਨਾ ਕਮਜ਼ੋਰ ਹੋ ਗਿਆ। ਬਾਕੀ ਜਦੋਂ ਤੁਹਾਨੂੰ ਦੱਸਿਆ ਵੀ ਉਹਦੇ ਲਾਇਆ ਲਾਸਟ ਟਾਈਮ ਤੇ ਡਿੱਗ ਪਿਆ ਮੈਂ, ਸਿਰਿੰਜ ਵਿੱਚ ਰਹਿ ਗਈ, ਨਾਲ ਦਾ ਦੱਸਦਾ ਮੈਨੂੰ ਤੇ ਬਾਅਦ ਚੋਂ ਵੀ ਕਹਿੰਦਾ ਤੈਨੂੰ ਸ਼ਾਮ ਨੂੰ ਹੋਸ਼ ਆਈ ਹੈ, ਕਹਿੰਦਾ ਹੁਣ ਸੁਬਾਹ ਦਾ ਪਿਆ ਤੂੰ। ਤੇ ਉਦੋਂ ਯਕਦਮ ਜਦੋਂ ਹੋਸ਼ ਆਈ, ਪ੍ਰਮਾਤਮਾ ਦੀ ਮੇਰੇ ਦਿਮਾਗ 'ਚ ਇਹ ਗੱਲ ਆਈ ਜੀ ਵੀ ਜੇ ਤੂੰ ਅੱਜ ਮਰ ਜਾਂਦਾ, ਵੀ ਘਰੇ ਲੇਡੀਜ਼ ਇਕੱਲੀਆਂ ਰਹਿ ਗਈਆਂ ਸੀ, ਮੰਮੀ ਮੇਰੀ ਮਿਸਿਸ, ਇੱਕ ਗੁੜੀਆ ਛੋਟੀ ਜੀ ਮੇਰੇ 6 ਸਾਲਾਂ ਦੀ, ਵੀ ਕੱਲ੍ਹ ਨੂੰ ਉਹਨਾਂ ਨੂੰ ਸਮਾਜ ਨੇ ਕਿੰਨੇ ਮਿਹਣੇ ਮਾਰਨੇ ਸੀ ਵੀ ਤੇਰਾ ਮੁੰਡਾ ਜਾਂ ਤੇਰਾ ਘਰ ਵਾਲਾ ਜਾਂ ਗੁੜੀਆ ਨੂੰ ਕਹਿਣਾ ਤੇਰਾ ਪਿਓ ਆ, ਤੇਰਾ ਅਮਲੀ ਸੀ, ਨਸ਼ੇੜੀ ਸੀ, ਮਰ ਗਿਆ, ਵੀ ਕਿੱਡਾ ਧੱਬਾ ਲੱਗਣਾ ਸੀਗਾ। ਤੇ ਉਹ ਚੀਜ਼ ਕੁਛ ਤਾਂ ਦਿਮਾਗ 'ਚ ਆ ਗਈ ਮੇਰੀ। ਕੁਛ ਮੈਨੂੰ ਐਂ ਜੇ ਲੱਗਿਆ ਵੀ ਜਿਹੜੀ ਮੇਰੀ ਦੂਰੀ ਵਾਲੀ ਜ਼ਿੰਦਗੀ ਆ, ਵੀ ਕੋਈ ਸੇਵਾ ਲਾਈ ਆ ਪਰਮਾਤਮਾ ਨੇ ਲਾ ਲਓ, ਜਾਂ ਕੋਈ ਚੰਗਾ ਕੰਮ ਹੋਣਾ ਮੇਰੇ ਹੱਥੋਂ, ਵੀ ਬਸ ਕਰਾਂ ਹੁਣ ਨਹੀਂ। ਜੇ ਕੁਛ ਮੇਰੇ ਕੋਲ ਸੀਗਾ ਵੀ ਕੁਛ ਚਿੱਟਾ, ਤੇ ਉਹ ਮੈਂ ਸਿੱਟਤਾ। ਮੈਂ ਕਿਹਾ ਮੈਂ ਨਹੀਂ ਲਾਉਣਾ, ਨਾਲ ਦੀ ਨੂੰ ਕਿਹਾ ਬਸ ਘਰੇ ਜਾਣਾ ਹੁਣ। ਇਹ ਬਹੁਤ ਔਖਾ ਹੁੰਦਾ ਹੈ, ਸੋਚ ਦਿਮਾਗ 'ਚ ਆ ਜਾਣਾ ਕਿ ਹਾਂ ਮੈਂ ਨਹੀਂ ਲਾਉਣਾ, ਤੇ ਐਕਚੁਅਲ ਵਿੱਚ ਨਾ ਲਾਣਾ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ। ਸੋਚ ਤਾਂ ਅਸੀਂ ਬਹੁਤ ਕੁਝ ਲੈਂਦੇ ਆ, ਕਰ ਕੋਈ ਪਾਉਂਦਾ ਹੈ, ਤੇ ਸਿਰਫ ਇਹ ਸੋਚ ਹੀ ਸੀਗੀ ਤੁਹਾਡੀ ਜਿਹਨੇ ਛੁਡਵਾਤਾ? ਹਾਂਜੀ, ਕੁਛ ਸੋਚ ਸੀਗੀ, ਕੁਛ ਨਾ ਮੈਂ ਚਾਚਾ ਜੀ ਦੱਸਦੇ ਹੁੰਦੇ ਸੀ, ਇੱਕ ਦੋ ਵਾਪਰੀਆਂ ਆਸੇ-ਪਾਸੇ ਘਟਨਾਵਾਂ ਵੀ ਇੱਕ ਨੇ ਆਪਦੀ ਘਰ ਵਾਲੀ ਕੁੱਟ ਕੇ ਕੱਢਤੀ, ਪਹਿਲਾਂ ਗੋਲੀਆਂ ਵਾਲੀਆਂ ਖਾਂਦੇ, 10-15 ਸਾਲ ਪਹਿਲਾਂ ਦੀ ਗੱਲ ਆ। ਫਿਰ ਉਹਨੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰਤਾ, ਜ਼ਮੀਨ ਕੁਛ ਵੇਚਤੀ, ਫਿਰ ਘਰ ਦੀਆਂ ਇੱਟਾਂ, ਬਾਲੇ, ਗਾਡਰ ਸਭ ਕੁਝ ਵੇਚਤਾ। ਮੈਂ ਕਿਹਾ ਯਾਰ, ਵੀ ਮਨ 'ਚ ਸੋਚਿਆ, ਮੈਂ ਆਪਦੇ ਆਪ ਨੂੰ ਕਿਹਾ, ਮੈਂ ਕਿਹਾ ਯਾਰ ਤੂੰ ਅੱਜ ਸੀਮੈਂਟ ਦੇ ਗੱਟੇ ਵੇਚੇ ਆ, ਕੱਲ੍ਹ ਨੂੰ ਘਰ ਦਾ ਕੀ ਸਮਾਨ ਵੇਚੇਗਾ ਤੂੰ, ਵੀ ਉਦੋਂ ਬਾਅਦ ਤੇਰੇ ਹਾਲਾਤ ਇਹੀ ਆਉਣ ਵਾਲੇ ਆ ਤੇਰੇ ਤੇ ਵੀ ਹਟ ਜਾ ਤੂੰ ਹੁਣ। ਆਹ ਚੀਜ਼ ਸੋਚ ਕੇ ਥੋੜ੍ਹਾ ਇਹ ਵੀ ਹੋ ਗਿਆ ਦਿਮਾਗ 'ਚ ਮੇਰੇ। ਤੁਹਾਡੇ ਫਾਦਰ ਵੀ ਐਕਸਪਾਇਰ ਹੋ ਗਏ ਸੀਗੇ, ਉਹ ਕੀ ਐਪੀਸੋਡ ਸੀਗਾ, ਉਹ ਕਦੋਂ ਹੁੰਦਾ ਤੇ ਕਿਵੇਂ? ਉਹਨਾਂ ਮੈਂ ਬਾਹਰੋਂ ਆਇਆ ਸੀ, ਮੈਂ ਸਾਈਪ੍ਰਸ ਸਾਲ ਲਾ ਕੇ ਆਇਆ ਤੇ ਆਇਆ ਸੀਗਾ, ਤੇ ਘਰਦਿਆਂ ਨੂੰ ਚਲੋ ਆਏ ਸੀ ਵੀ ਸਿਸਟਰ ਮੇਰੀ ਕੈਨੇਡਾ, ਵੀ ਉਹਦੇ ਕੋਲੇ ਭੇਜ ਦਿੰਦੇ ਆ, ਵਿਜ਼ਟਰ ਵੀਜ਼ਾ ਲੱਗ ਜੂਗਾ। ਤੇ ਉਹ ਬਸ ਫਾਈਲ ਤਿਆਰ ਕਰ ਰਹੇ ਸੀ, ਉੱਧਰੋਂ ਮੈਂ ਫਿਰ ਉਸੇ ਕੰਮ ਤੇ ਹੋ ਗਿਆ ਸੀ, ਸ਼ੀਸ਼ੀਆਂ, ਚਿੱਟਾ, ਇੱਦਾਂ ਨਸ਼ੇ ਤੇ ਉਹ ਬਸ ਇਹੀ ਨਾਲ ਦੇ ਦੱਸਦੇ ਆ ਡੈਡੀ ਦੇ ਜਿਹੜੇ ਫਰੈਂਡ ਸੀ, ਵੀ ਉਹ ਤੇਰੇ ਬਾਰੇ ਹੀ ਗੱਲਾਂ ਕਰਦਾ ਰਹਿੰਦਾ, ਵੀ ਉਹ ਜਾਂ ਤਾਂ ਮਰ ਜੂਗਾ ਜਾਂ ਮਾਰ ਦੂ, ਗੱਡੀ ਹੁੰਦੀ ਹੈ ਡੱਕਿਆ ਹੁੰਦਾ, ਕਿਸੇ ਤੇ ਚੜਾ ਦੂਗਾ, ਜਾਂ ਲੜਦਾ ਭਿੜਦਾ ਫਿਰਦਾ ਕਿਸੇ ਨੂੰ ਮਾਰ ਦੂ, ਜਾਂ ਕੋਈ ਇਹਨੂੰ ਮਾਰ ਦੂਗਾ, ਵੀ ਉਹ ਟੈਨਸ਼ਨਾਂ 'ਚ ਹੀ ਤੁਰੇ ਫਿਰਦੇ ਸੀਗੇ। ਤੇ ਉਦੋਂ 15 ਕੁ ਦਿਨ ਪਹਿਲਾਂ ਮੇਰੇ ਨਾਲ ਥੋੜ੍ਹਾ ਜਿਹਾ ਬੋਲ ਪਏ ਸੀਗੇ ਆਪਸ 'ਚ, ਥੋੜ੍ਹਾ ਜਿਹਾ ਵੀ 15 ਦਿਨ ਪਹਿਲਾਂ ਵੀ ਲੜ ਪਏ ਸੀ ਮੇਰੇ ਨਾਲ, ਅਸੀਂ ਬੋਲੇ ਨਹੀਂ ਸੀ ਆਪਸ 'ਚ। ਜਿੱਦਾਂ ਗਏ ਆ ਉੱਦਾਂ ਮੈਂ ਮਾੜਾ ਜਿਹਾ ਬਸ ਇੱਕ ਵਾਰੀ ਉਹਨਾਂ ਨੇ ਮੇਰੇ ਅੱਖਾਂ 'ਚ ਅੱਖਾਂ ਪਾ ਕੇ ਦੇਖਿਆ, ਤੇ ਉਦੋਂ ਬਾਅਦ ਉਹ ਚਲੇ ਗਏ ਮੁਕਤਸਰ। ਤੇ ਇੱਥੇ ਆਪਣੇ ਬਠਿੰਡਾ ਰੋਡ ਤੇ ਸੂਏ ਤੋਂ ਸੜਕ ਚੜ੍ਹਦੀ ਆ, ਉਹ ਐਂ ਚੜ੍ਹਾ ਲਿਆ ਮੋਟਰਸਾਈਕਲ, ਪਿੱਛੋਂ ਤੇਜ਼ ਬਹੁਤ ਆਉਂਦੀ ਸੀ I-20, ਵੀ ਦੱਸਦੇ ਆ ਵੀ ਉਹਦੀ ਕੋਈ ਡਰੱਗ ਵਗੈਰਾ ਕੀਤੀ ਸੀਗੀ, ਤੇ ਪਿੱਛੋਂ ਮਾਰੀ ਉਹਨਾਂ ਨੇ ਫੇਟ ਮੋਟਰਸਾਈਕਲ ਨੂੰ। ਤੇ ਹੋਰ ਮੇਰੇ ਆਪਦੇ ਦਿਮਾਗ 'ਚ ਵੀ ਇਹ ਗੱਲਾਂ ਸਾਰੇ ਇਹ ਕਹਿੰਦੇ ਆ ਵੀ ਤੇਰੀ ਟੈਨਸ਼ਨ ਲੈਂਦੇ ਸੀ, ਵੀ ਦਿਮਾਗ 'ਚ ਉਹਨਾਂ ਦੇ ਵੀ ਤੇਰੇ 'ਚ ਫਿਰਦੀ ਸੁਰਤ, ਚਲਾਉਣ 'ਚ ਹੈ ਨਹੀਂ ਸੀ ਮੋਟਰਸਾਈਕਲ, ਵਿਚਾਲੇ ਆ ਗਿਆ ਜਾਂ ਕਿਵੇਂ ਹੋ ਗਿਆ, ਵੀ ਉਹਨਾਂ ਕਰਕੇ, ਵੀ ਤੇਰੇ ਕਰਕੇ ਹੋਈ ਹੈ। ਮੈਨੂੰ ਆਪ ਨੂੰ, ਬਾਕੀ ਮੇਰੀ ਮਾਤਾ ਵੀ ਹੁਣ ਜੋ ਡੈਥ ਹੋ ਗਈ ਸੀ ਉਦੋਂ ਬਾਅਦ ਵੀ ਨਹੀਂ ਸੁਧਰਿਆ। ਮੰਮੀ ਵੀ ਕਈ ਵਾਰੀ ਕਹਿ ਦਿੰਦੇ ਸੀਗੇ ਵੀ ਤੂੰ ਤਾਂ ਆਪਦੇ ਪਿਓ ਨੂੰ ਖਾ ਗਿਆ, ਮਾਰਤਾ, ਹੁਣ ਤਾਂ ਸੁਧਰ ਜਾ, ਤੇਰੇ ਕਰਕੇ ਤੇਰਾ ਪਿਓ ਮਰ ਗਿਆ, ਆਹ ਚੀਜ਼। ਤੇ ਬਾਅਦ 'ਚ ਨਹੀਂ, ਉਦੋਂ ਦਿਮਾਗ 'ਚ ਇੰਨੀ ਉਦੋਂ ਵੀ ਨਹੀਂ ਆਏਗੀ ਕੋਈ ਗੱਲ, ਉਦੋਂ ਬਸ ਆਪਦੇ ਨਸ਼ੇ 'ਚ ਹੀ ਰਹਿੰਦਾ ਸੀਗਾ। ਤੇ ਜਦੋਂ ਡੈਡੀ ਦੀ ਮੌਤ ਹੋਈ ਹੈ, ਜਿੱਦਾਂ ਘਰੇ ਲਾਸ਼ ਆ ਗਈ, ਤੇ ਮੈਂ ਬਹਾਨੇ ਖਾਣ ਪੀਣ ਵਾਲੇ ਰਿਸ਼ਤੇਦਾਰ ਕੋਈ ਇੱਕ ਦੋ ਖਾਂਦੇ ਸੀ ਨਸ਼ਾ, ਵੀ ਮੈਨੂੰ ਨਸ਼ਾ ਕਰਾ ਦਿਓ, ਮੇਰਾ ਦਿਲ ਕਮਜ਼ੋਰ ਆ, ਡੈਡੀ ਦੀ ਡੈਥ ਹੋ ਗਈ, ਵੀ ਮੈਨੂੰ ਕੁਛ ਹੋਣਾ। ਬਹਾਨੇ ਹੁੰਦੇ ਜੀ ਖਾਣ ਪੀਣ ਵਾਲਿਆਂ ਦੇ, ਹੁੰਦਾ ਕੁਛ ਵੀ ਨਹੀਂ ਐਵੇਂ ਬਸ। ਤੇ ਮੈਨੂੰ ਉੱਦੇ ਕੋਈ ਨਹੀਂ ਮੇਰੇ ਡੈਡੀ ਦੀ ਉਹਦੀ ਸ਼ਕਲ ਯਾਦ ਆ, ਕਹਿ ਦਈਏ ਚਿਹਰਾ ਵੀ ਕਿਵੇਂ ਸੀਗੇ, ਜਿੱਦਾਂ ਮੈਂ ਅਰਥੀ ਚੱਕੀ ਆ ਉਦੋਂ ਵੀ ਨਸ਼ੇ 'ਚ ਸੀਗਾ, ਤੇ ਕੋਈ ਮੈਨੂੰ ਸੁਰਤ ਨਹੀਂ ਸੀਗੀ। ਹੁਣ ਵੀ ਨਾ ਫੋਟੋਆਂ ਜਾਂ ਵੀਡੀਓ 'ਚ ਕਿਵੇਂ ਸੀ ਡੈਡੀ ਉਦੋਂ ਡੈਥ ਵੇਲੇ, ਚਾਚਾ ਜੀ ਦੇ ਬੇਟੇ ਨੇ ਬਣਾਈ ਸੀਗੀ, ਹੁਣ ਪਤਾ ਲੱਗਦਾ ਉਹ ਚੀਜ਼ ਦਾ ਜੀ। ਹੁਣ ਅਫਸੋਸ ਹੁੰਦਾ? ਹਾਂ, ਸਾਰੀ ਉਮਰ ਹੋਊਗਾ ਜੀ, ਤਾਂ ਸਾਰੀ ਉਮਰ ਹੋਊਗਾ ਤਾਂ ਅਫਸੋਸ ਤਾਂ ਵੀ, ਪਰ ਕੋਈ ਨਹੀਂ, ਚਲੋ ਜਿਹੜਾ ਕੁਛ ਹੋ ਗਿਆ। ਪਰ ਹੁਣ ਅੱਗੇ ਇੱਦਾਂ ਜੇ ਉਹ ਅਫਸੋਸ 'ਤੇ ਉੱਥੇ ਬੈਠੇ ਰਹਾਂਗੇ, ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ ਜੀ। ਚੱਲਦੀ ਦਾ ਨਾਮ ਹੀ ਕਹਿੰਦੇ ਹੁੰਦੇ ਜ਼ਿੰਦਗੀ ਆ, ਵੀ ਅੱਗੇ ਤੋਰਨੀ ਆ ਹੁਣ ਜ਼ਿੰਦਗੀ, ਆਪਦਾ ਕੁਛ ਪਰਿਵਾਰ ਵਾਸਤੇ ਕਰਨਾ, ਕੋਈ ਸਮਾਜ ਵਾਸਤੇ, ਕਿਉਂਕਿ ਸਮਾਜ ਦਾ ਵੀ ਦੁਸ਼ਮਣ ਰਿਹਾ ਮੈਂ। ਚਲੋ ਲਾਇਆ ਨਹੀਂ ਕਿਸੇ ਦਾ ਪੁੱਤ, ਪਰ ਗੰਦਾ ਤਾਂ ਕੀਤਾ ਸਮਾਜ ਨੂੰ, ਮੈਨੂੰ ਵੇਖ ਕੇ ਤਾਂ ਕੋਈ ਲੱਗਿਆ ਹੋਊਗਾ, ਜੇ ਮੈਂ ਆਪ ਨਹੀਂ ਲਾਇਆ ਤਾਂ। ਹੁਣ ਬਸ ਇਹੀ ਚੀਜ਼ ਸੋਚੀ ਦੀ ਆ ਵੀ ਅੱਗੇ ਵਧਣਾ ਬਸ। ਹਾਂਜੀ, ਉਸ ਤੋਂ ਬਾਅਦ ਫਿਰ ਮਤਲਬ ਤਾਨੇ ਮੈਨੇ ਬਹੁਤ ਮਾਰੇ, ਤੁਹਾਡੀ ਮਾਂ ਨੇ ਤਾਂ ਕਿਹਾ ਹੀ ਹੋਣਾ, ਤੁਹਾਡੀ ਘਰਵਾਲੀ ਨੇ ਵੀ ਕੁਝ ਕਿਹਾ? ਹਾਂਜੀ, ਕਈ ਵਾਰੀ ਕਹਿ ਦਿੰਦੇ ਸੀਗੇ, ਹੁਣ ਪਿੱਛੋਂ ਤਾਂ ਵੀ ਕਈ ਵਾਰੀ ਉਹਨਾਂ ਨੂੰ ਤਾਂ ਹੀ ਹੁੰਦਾ ਸੀ ਦਾਰੂ ਪੀਤੀ ਜਾਂ ਵੀ ਤੂੰ ਹਟ ਜਾ, ਇਹ ਵੀ ਖਾਣੋਂ ਪੀਣੋਂ ਹਟ ਜਾ, ਵੀ ਤੂੰ ਕਾਹਤੋਂ ਇਹ ਜਿਹਾ ਕੁਛ ਕਰਦਾ, ਵੀ ਕਿਉਂਕਿ 15 ਦਿਨ ਹੋ ਗਏ ਸੀਗੇ ਜਦੋਂ ਲੜੇ ਸੀਗੇ ਡੈਡੀ ਨਾਲ, ਮੇਰੀ ਹੋ ਗਈ ਸੀ ਗੱਲ, ਬੋਲ ਪਿਆ ਸੀਗਾ, ਤੇ ਬਿਨਾਂ ਬੋਲੇ ਗਏ ਆ ਮੇਰੇ ਨਾਲ, ਵੀ ਉਹ ਚੀਜ਼ ਦਾ ਸਾਰੀ ਉਮਰ ਰਹੂਗਾ ਦਿਮਾਗ 'ਚ ਜਾਂ ਦਿਲ 'ਚ। ਬਾਕੀ ਇਹ ਵੀ ਆ ਵੀ ਸੁਧਰ ਜਾਂਦਾ, ਹੋ ਸਕਦਾ ਉਹਨਾਂ ਦੇ ਨਾਂ ਉਦੋਂ ਡੈਥ ਹੁੰਦੀ, ਵੀ ਹੁਣ ਵੀ ਸੁਧਰੇ ਹੀ ਆ ਤੂੰ।
ਕਹਿੰਦੇ ਜੇ ਘਰ 'ਚ ਧੀ ਆ ਜਾਏ ਨਾ ਹਾਂਜੀ ਤਾਂ ਵੀ ਬਹੁਤ ਸੋਚ ਬਦਲ ਜਾਂਦੀ ਹੈ। ਹਾਂਜੀ ਜੋ ਕੋਈ ਗਲਤ ਵੀ ਕਰ ਰਿਹਾ ਹੈ ਨਾ ਤਾਂ ਵੀ ਠੀਕ ਹੋ ਜਾਂਦਾ ਹੈ। ਹਾਂਜੀ ਤਾਂ ਹੋ ਸਕਦਾ ਹੈ ਕਿ ਤੁਹਾਡੀ ਧੀ ਦੀ ਅਰਦਾਸਾਂ ਹੋਣ ਜਾਂ ਤੁਹਾਡੀ ਘਰਵਾਲੀ ਦੀ ਅਰਦਾਸਾਂ ਹੋਣ ਕਿ ਕਿਤੇ ਨਾ ਕਿਤੇ ਸੁਣੀਆਂ ਗਈਆਂ। ਹਾਂਜੀ ਇਹ ਚੀਜ਼ ਹੋਈ ਹੈ। ਜੇ ਮੈਂ ਸੱਚ ਦੱਸਦਾ ਤੁਹਾਨੂੰ ਦਿਲ ਤੇ ਹੱਥ ਰੱਖ ਕੇ, ਜੇ ਮੇਰੇ ਮੁੰਡਾ ਹੁੰਦਾ ਮੈਂ ਨਹੀਂ ਸੁਧਰਦਾ ਸੀ, ਕਿਉਂਕਿ ਅਕਸਰ ਆਪਣੇ ਹੁੰਦਾ ਵੀ ਚੱਲ ਮੁੰਡਾ ਹੋ ਗਿਆ, ਵੰਸ਼ ਵੱਧ ਗਿਆ, ਚਲੋ ਵਧੀਆ, ਆਪਦਾ ਕੁਛ ਹੋ ਗਿਆ ਤਾਂ ਕੀ ਚੱਕਰ ਆ। ਪਰ ਉਹ ਗੁੜੀਆ ਕਰਕੇ ਮੈਨੂੰ ਥੋੜ੍ਹਾ ਜਿਹਾ ਇਹ ਚੀਜ਼ ਵੀ ਹੋਈ ਵੀ ਇਹਨੂੰ ਵੀ ਕੱਲ੍ਹ ਨੂੰ ਮਿਹਣੇ ਵੱਜਣਗੇ। ਉਹ ਦਿਮਾਗ 'ਚ ਬਹੁਤ ਚੀਜ਼ ਮੇਰੇ ਘਰ ਕਰ ਗਈ ਵੀ ਮੈਂ ਲਾ ਲੈਨੂੰ ਵੀ ਚਲੋ 6 ਸਾਲਾਂ ਦੀ ਤਾਂ ਹੋ ਗਈ, ਪਰ ਮੈਨੂੰ ਕਰਮ ਵਾਲੀ ਲੱਗਦੀ ਆ ਵੀ ਬੇਟੀ ਮੇਰੀ ਵੀ ਮੇਰੇ ਪੁੱਤਾਂ ਵਰਗੀ ਆ। ਮੈਨੂੰ ਲੱਗਦੀ ਵੀ ਅੱਗੇ ਸਹਿਮ ਜਾਂਦੀ ਸੀ ਜਦੋਂ ਘਰੇ ਆਉਂਦਾ ਸੀ ਨਾ, ਮੈਂ ਖਾਧੀ ਪੀਤੀ ਜਾਂ ਕਈ ਵਾਰੀ ਉਹਨੂੰ ਐਂ ਹੁੰਦਾ ਸੀ ਵੀ ਡੈਡੀ ਹੁਣ ਉੱਚੀ ਬੋਲਣਗੇ ਜਾਂ ਘਰੇ ਮੰਮੀ ਨਾਲ ਜਾਂ ਦਾਦੀ ਨਾਲ, ਇੱਦਾਂ ਤਾਂ ਡਰ ਜਾਂਦੀ ਸੀ, ਪਹਿਲਾਂ ਲੁੱਕ ਜਾਂਦੀ। ਅਤੇ ਹੁਣ ਜਦੋਂ ਐਂਟਰ ਕਰਦਾ ਗੇਟ 'ਚੋਂ, ਸ਼ਾਮ ਨੂੰ ਪ੍ਰੈਕਟਿਸ ਲਾ ਕੇ ਆਉਣਾ ਜਾਂ ਸੁਬਾਹ ਵੀ ਆਉਣਾ, ਉੱਥੇ ਬੈਠੀ ਹੁੰਦੀ ਸੁਬਾਹ ਵੀ, ਅਤੇ ਪੂਰੀਆਂ ਭੱਜ ਕੇ ਮਿਲਦੀ, ਆ ਜਾਓ ਡੈਡੀ ਆ ਜਾਓ, ਆਪਾਂ ਖਾਣਾ ਖਾਂਦੇ ਹਾਂ ਜਾਂ ਕੋਈ ਚਾਹ ਪੀਂਦੇ ਹਾਂ। ਤੇ ਉਹ ਬੱਚੇ ਨੂੰ ਜੋ 5 ਸਾਲ ਪਿਆਰ ਵੀ ਉਹਨਾਂ ਨੇ ਮਿਲ ਪਾਇਆ ਹੋਣਾ। ਹਾਂਜੀ ਭੈਣੇ, ਉਹ ਪਿਆਰ ਤਾਂ ਉਦੋਂ ਫਿਰ ਨਸ਼ੇ 'ਚ ਸੀਗਾ, ਉਦੋਂ ਨਿਗਾਹ ਤਾਂ ਹੁੰਦੀ ਨਹੀਂ ਸੀ ਬੱਚਿਆਂ 'ਚ, ਕਿਉਂਕਿ ਖਾਣ ਪੀਣ ਵਾਲ ਨੂੰ ਸਿਰਫ ਆਪਦੇ ਢਿੱਡ ਦਾ ਹੁੰਦਾ ਭੈਣੇ, ਵੀ ਆਪਦਾ ਢਿੱਡ, ਬਸ ਮੈਂ ਆਪਦਾ ਨਸ਼ਾ ਪੂਰਾ ਕਰਨਾ, ਵੀ ਹੋਰ ਕਿਸੇ ਨਾਲ ਕੋਈ ਮਤਲਬ ਨਹੀਂ ਹੁੰਦਾ। ਜੀ, ਤਾਂ ਉਸ ਤੋਂ ਬਾਅਦ ਜਦੋਂ ਘਰ ਦੱਸਦੇ ਹੋ, ਤੁਸੀਂ ਦੱਸਿਆ ਕਿ ਚਾਚਾ ਜੀ ਵੀ ਆਉਂਦੇ ਆ, ਸਾਰਿਆਂ ਨੂੰ ਬੁਲਾਉਂਦਾ, ਮੈਂ ਦੱਸਦਾ, ਅਤੇ ਫਿਰ ਕਿਹੜੀ ਦਵਾਈ, ਕਿਸ ਤਰ੍ਹਾਂ ਪ੍ਰੋਸੀਜਰ ਸ਼ੁਰੂ ਹੁੰਦਾ ਹੈ ਕਿ ਹੁਣ 10-11 ਮਹੀਨੇ ਹੋ ਗਏ, ਕੀ ਬਦਲਾਅ ਆਇਆ ਜ਼ਿੰਦਗੀ 'ਚ? ਪਹਿਲੀ ਦਵਾਈ ਕਿਹੜੀ ਲਈ ਸੀ ਨਸ਼ੇ ਨੂੰ ਛੱਡਣ ਲਈ? ਨਸ਼ੇ ਨੂੰ ਛੱਡਣ ਲਈ ਮੈਂ ਨਾ ਵੀ ਆਯੁਰਵੈਦਿਕ ਹਰਬਲ ਮੈਡੀਸਨ ਆ, VHM ਕੰਪਨੀ ਦੀ ਹੈ ਕੋਈ, ਵੋਟਨਾ ਹੈਲਥ ਮਾਰਟ, ਉਹਨਾਂ ਦਾ ਮੇਰੇ ਰਿਸ਼ਤੇਦਾਰ ਸੀ ਕੋਈ, ਉਹਨਾਂ ਨੇ ਕੰਟੈਕਟ ਕਰਵਾਇਆ ਸੀਗਾ, ਅਤੇ ਉਹ ਲੈ ਲਈ ਮੈਂ। ਉਹ 40 ਦਿਨ ਚੱਲਿਆ ਜੀ ਪ੍ਰੋਸੈਸ, 40 ਕੁ ਦਿਨ ਚੱਲਿਆ, ਅਤੇ ਉਦੋਂ ਬਾਅਦ 40 ਦਿਨਾਂ ਬਾਅਦ ਮੈਂ ਛੱਡਤੀ ਉਹ। ਅਤੇ ਕੋਈ ਅੰਗਰੇਜ਼ੀ ਮੈਡੀਸਨ ਨਹੀਂ ਸੀਗੀ, ਉਹਦੇ ਨਾਲ ਕੋਈ ਇੰਨੀ ਤਕਲੀਫ ਨਹੀਂ ਆਈ ਮੈਨੂੰ। ਹਾਂਜੀ ਹਾਂਜੀ, ਅਤੇ ਕੁਛ ਮਨ ਵੀ ਹੁੰਦਾ, ਮੈਡੀਸਨ ਤਾਂ 20 ਤੋਂ 25% ਹੁੰਦੀ ਆ ਆਸਰਾ, ਬਾਕੀ ਆਪਦਾ ਮਨ ਅਤੇ ਦਿਮਾਗ ਕੰਟਰੋਲ ਉਹ ਬੰਦੇ ਦੇ ਹੱਥ 'ਚ ਹੁੰਦਾ। ਉਹ ਕੋਈ ਐਂ ਨਹੀਂ ਗਾ ਕੋਈ ਫੜ ਕੇ ਕੰਟਰੋਲ ਕਰਾ ਦੂਗਾ ਕਿਸੇ ਦਾ, ਉਹ ਤਾਂ ਆਪਦੇ ਹੱਥ ਹੈ ਜੀ। ਆਪਦੇ ਹੱਥ 'ਚ, ਕਿਉਂਕਿ ਜੇ ਤੁਸੀਂ ਨਸ਼ਾ ਛੱਡਣਾ ਹੈ ਤਾਂ 90% 90% ਤੁਸੀਂ ਆਪ ਤਿਆਰ ਹੋਣੇ ਚਾਹੀਦੇ ਹੋ। ਜੇ ਤੁਸੀਂ ਆਪ ਤਿਆਰ ਹੋ ਫਿਰ 10% ਦਵਾਈਆਂ ਕੰਮ ਕਰ ਦਿੰਦੇ। ਆਪਦੇ ਆਪ ਨਾਲ ਆਪ ਖੜਨਾ ਪੈਂਦਾ ਜੀ। ਬਾਕੀ ਮੈਂ ਰੂਮ ਆਪਦਾ ਸੀਗਾ ਜਿਹੜਾ, ਉਹਨੂੰ ਸੈਂਟਰ ਬਣਾ ਲਿਆ, ਮਤਲਬ ਵੀ ਉੱਥੋਂ ਬਸ ਬਾਥਰੂਮ ਵਗੈਰਾ ਜਾਂ ਨਹਾਉਣ ਵਗੈਰਾ ਨਿਕਲਦਾ, ਰੂਮ 'ਚ ਹੀ ਰਿਹਾ ਮੈਂ। ਅਤੇ ਸੌਂਗ ਸੁਣੇ, ਇੱਕ ਆਪਦਾ ਫੋਨ ਦਾ ਖਹਿੜਾ ਛੱਡਤਾ ਸੀ ਮੈਂ ਆਪਦੇ ਤੋਂ। ਫੋਨ ਤਾਂ ਚਲੋ ਵੇਚਤਾ ਸੀ, ਮਤਲਬ ਵੀ ਫੋਨ ਜਿਹੜਾ ਵਾਈਫ ਦਾ ਸੀ ਉਹਨੂੰ ਫੜਾ ਤੇ ਗਿਆ, ਅਤੇ ਪਾਸਵਰਡ ਆਪਦਾ ਆਪ ਲਾ ਕੇ ਰੱਖ ਲਾ। ਜਦੋਂ ਕੋਲੇ ਹੁੰਦੇ ਸੀ ਮੇਰੇ, ਉਦੋਂ ਜ਼ਰੂਰ ਮੈਂ ਸੌਂਗ ਵਗੈਰਾ ਸੁਣਦਾ ਸੀਗਾ ਹੈੱਡਫੋਨ ਲਾ ਕੇ। ਬਾਈ ਹਰਦੀਪ ਗਰੇਵਾਲ ਦੇ ਬਹੁਤ ਮੋਟੀਵੇਸ਼ਨਲ ਸੌਂਗ ਆ ਜਾ ਜ਼ਿੰਦਗੀ ਤੇਰੇ ਨਾਲ ਮੱਥਾ ਲਾਉਣਾ, ਨਾ ਤੂੰ ਰੁਕਣਾ ਏ ਨਾ ਤੂੰ, ਇੱਦਾਂ ਦੇ ਸੌਂਗ ਉਹ ਸੁਣੇ। ਬਾਕੀ ਮੋਟੀਵੇਸ਼ਨਲ ਸਟੋਰੀ ਸੀਗੀਆਂ ਉਹ ਸੁਣੀਆਂ। ਬਾਕੀ ਬੁੱਕਸ ਵਗੈਰਾ ਪੜ੍ਹੀਆਂ ਸ਼ਹੀਦਾਂ ਦੀਆਂ ਜਾਂ ਕਿਸੇ ਸੂਰਮਿਆਂ ਦੀਆਂ। ਅਤੇ ਬਾਕੀ ਕਮਰੇ 'ਚ ਘਰ ਦੇ ਵੀ ਕਹਿੰਦੇ ਹਿੱਲ ਗਿਆ, ਜਦੋਂ ਜ਼ਿਆਦਾ ਕੋਈ ਲੱਤਾਂ ਬਾਹਾਂ ਟੁੱਟਦੀਆਂ ਸੀ, ਭੱਜਣ ਲੱਗ ਜਾਂਦਾ ਬੈੱਡ ਦੇ ਦੁਆਲੇ ਜਾਂ ਡੰਡ ਮਾਰਨ ਲੱਗ ਜਾਂਦਾ। ਉਹਦੇ ਨਾਲ ਸਰਕਲ ਤੇਜ਼ ਹੋ ਜਾਂਦਾ ਆਪਣੇ ਬਲੱਡ ਦਾ, ਕਿਉਂਕਿ ਨਸ਼ਾ ਵੀ ਤੇਜ਼ ਕਰਦਾ, ਅਤੇ ਉਹਨਾਂ ਤੋੜ ਮਿਟ ਜਾਂਦੀ ਸੀਗੀ, ਸਰੀਰ ਨੂੰ ਤਕਲੀਫ ਨਹੀਂ ਆਉਂਦੀ ਸੀ, ਅਤੇ ਜਾਂ ਵੀ ਥੱਕ ਕੇ ਨੀਂਦ ਆ ਜਾਂਦੀ ਸੀਗੀ, ਇਹ ਚੀਜ਼ ਸੀਗੀ। ਡਾਈਟ ਕੀ ਫਿਰ ਚੇਂਜ ਕਰਨੀ ਪਈ? ਡਾਈਟ ਜਿਹੜੀ ਮੈਡੀਸਨ ਨਾਲ ਸੀਗੀ ਜੀ, ਮੈਡੀਸਨ ਸੀ ਨਾ ਜਿਹੜੀ, ਉਹ ਦੁੱਧ ਦਹੀਂ ਲੱਸੀ ਨਾਲ ਹੀ ਲੈਣੀ ਸੀਗੀ, ਪਾਣੀ ਨਾਲ ਨਹੀਂ ਲੈਣੀ ਸੀ। ਕੁਛ ਤਾਂ ਦਵਾਈ ਵੀ ਸੀਗੀ, ਉਹ ਹਰਬਲ ਸੀਗੀ, ਉਹਨੇ ਬਹੁਤ ਤਾਕਤ ਦਿੱਤੀ। ਬਾਕੀ ਦੁੱਧ ਦਹੀਂ ਲੱਸੀ ਸੀਗੀ। ਉਦੋਂ ਬਾਅਦ ਕੁਛ ਕੁ ਜਦੋਂ ਮੈਡੀਸਨ ਛੱਡੀ ਆ, ਕੁਛ ਕੁ ਬਾਡੀ ਬਿਲਡਰਸ ਨਾਲ, ਕੁਛ ਪਲੇਅਰਸ ਨੂੰ ਮੈਂ ਕੁਛ ਜਾਣਦੇ, ਕੁਛ ਮੈਨੂੰ ਆਪ ਨੌਲੇਜ ਸੀਗੀ, ਤਾਂ ਮੈਂ ਡਾਈਟ ਬਣਵਾ ਲਈ ਥੋੜ੍ਹੀ ਜਿਹੀ ਆਪਦੀ, ਅਤੇ ਉਹ ਫਿਰ ਸ਼ੁਰੂ ਕਰਤੀ। ਜਿਵੇਂ ਦੇਸੀ ਹੁੰਦੀ ਆਪਣੇ ਕਿਚਨ 'ਚ ਹੀ ਹੁੰਦੀ ਹੈ, ਕੋਈ ਗਲਤ ਚੀਜ਼ ਨਹੀਂ ਆਪਾਂ ਖਾਧੀ ਗੀ। ਪਹਿਲਾਂ ਜਿਹੜਾ ਕੋਈ ਕੀਤਾ ਬਦਾਮ, ਕਾਜੂ, ਦਾਖਾਂ, ਅਤੇ ਦੁੱਧ, ਲੱਸੀ, ਛੋਲੇ, ਦਲੀਆ, ਇੱਦਾਂ ਦੀਆਂ ਚੀਜ਼ਾਂ ਸੀਗੀਆਂ। ਹਾਂਜੀ। ਹੁਣ ਚਿੱਟਾ ਛੱਡ ਕੇ ਕਿਹੋ ਜਿਹਾ ਮਹਿਸੂਸ ਹੁੰਦਾ? ਚਿੱਟਾ ਛੱਡ ਕੇ ਹੁਣ ਤਾਂ ਜੀ ਤੁਹਾਨੂੰ ਐਵੇਂ ਆਖੀਏ ਵੀ ਜਿਵੇਂ ਕਹਿੰਦੇ ਵੀ ਨਵੀਂ ਦੁਨੀਆ, ਜਿਵੇਂ ਨਵੀਂ ਜਨਮ ਹੋਇਆ ਨਾ, ਨਵੀਂ ਜ਼ਿੰਦਗੀ, ਉਹ ਚੀਜ਼ ਹੋ ਗਈ। ਪਹਿਲਾਂ ਤਾਂ ਦੇਖੋ ਪਿੰਡ 'ਚ ਕੋਈ ਨਾ, ਜਿਵੇਂ ਆਪਾਂ ਕਹਿ ਦਿੰਦੇ ਵੀ ਕੋਈ ਬੱਚਾ ਮੇਰੇ ਕੋਲੇ ਖੜ੍ਹ ਜਾਂਦਾ, ਤਾਂ ਮਾਂ ਪਿਓ ਦੇ ਕੁੱਟਣ ਤੱਕ ਜਾਂਦੇ ਸੀ ਵੀ ਤੂੰ ਪਵਿੱਤਰ ਕੋਲੇ ਖੜ੍ਹਾ ਅਤੇ ਵੀ ਤੈਨੂੰ ਗਲਤ ਪਾਸੇ ਕਰੂ, ਕਿਉਂ ਖੜ੍ਹਾ ਤੂੰ, ਲੜਦੇ ਸੀਗੇ। ਅਤੇ ਹੁਣ ਗਰਾਊਂਡ 'ਚ ਸ਼ਾਮ ਨੂੰ ਕਈ ਵਾਰੀ ਤਾਂ ਛੱਡ ਕੇ ਜਾਂਦੇ ਬੱਚਿਆਂ ਨੂੰ ਆਪਦੇ ਮਾਂ ਪਿਓ, ਵੀ ਪਵਿੱਤਰ ਕੋਲੇ ਜਾ, ਤੂੰ ਇਹਦੇ ਕੋਲੇ ਵੀ ਪ੍ਰੈਕਟਿਸ ਲਾ, ਵੀ ਪੁੱਤ ਮੇਰੇ ਬੱਚੇ ਦਾ ਧਿਆਨ ਰੱਖੀ, ਆਪ ਕਹਿ ਕੇ ਜਾਂਦੇ ਆ ਵੀ ਇਹਨੂੰ ਚੰਗੇ। ਕਿਉਂਕਿ ਦੇਖੋ ਪਲੇਅਰ ਵੀ ਚਲੋ ਬੰਦਾ ਬਣ ਜਾਂਦਾ, ਇੱਕ ਚੰਗਾ ਇਨਸਾਨ ਹੋਣਾ ਵੀ ਜ਼ਰੂਰੀ ਹੈ। ਉਹਨਾਂ ਨੂੰ ਮੈਂ ਇਹੀ ਚੀਜ਼ਾਂ ਸਿਖਾਉਣਾ ਵੀ ਸੁਬਾਹ ਉੱਠ ਕੇ ਆਪਦੇ ਮੰਮੀ ਡੈਡੀ ਦੇ ਪੈਰੀਂ ਹੱਥ ਲਾਓ, ਫਿਰ ਕਿਸੇ ਨੂੰ ਗਾਲੀ ਗਲੋਚ ਨਹੀਂ ਕਰਨੀ, ਕਿਸੇ ਨੂੰ ਗੁੱਸਾ ਨਹੀਂ ਕਰਨਾ ਕਿਸੇ ਨਾਲ, ਹਰੇਕ ਦੀ ਧੀ ਭੈਣ ਦੀ ਵੀ ਇੱਜ਼ਤ ਕਰਨੀ ਹੈ, ਆਪਦੇ ਨਾਲ ਦੇ ਦੀ ਵੀ ਇੱਜ਼ਤ ਕਰਨੀ ਹੈ, ਜੀ ਕਹਿ ਕੇ ਬੁਲਾਉਣਾ। ਇਹ ਚੀਜ਼ਾਂ ਵੀ ਦੱਸਦਾ ਜੀ। ਅਫਸੋਸ ਤਾਂ ਹੁੰਦਾ ਹੋਏਗਾ ਕਿ ਕਿਤੇ ਨਾ ਕਿਤੇ ਉਹ ਗੋਲਡਨ ਪੀਰੀਅਡ ਹੁੰਦਾ ਜਵਾਨੀ ਦਾ, ਕਿ ਉਹ ਗਵਾਤਾ, ਚਾਹੇ ਉਹ ਘਰਦਿਆਂ ਲਈ ਹੋਵੇ। ਸ਼ਾਇਦ ਜੇ ਚਿੱਟਾ ਨਾ ਕਰਦੇ ਹੁੰਦੇ, ਜੇ ਨਸ਼ਾ ਨਾ ਲਾਉਂਦੇ ਹੁੰਦੇ, ਤਾਂ ਸ਼ਾਇਦ ਤੁਹਾਡੇ ਪਿਓ ਵੀ ਜ਼ਿੰਦਾ ਹੁੰਦੇ ਇਸ ਵਕਤ। ਹਾਂਜੀ, ਅਫਸੋਸ ਤਾਂ ਹੁੰਦਾ ਹੀ ਹੈ ਜੀ ਇਹ ਚੀਜ਼ ਦਾ ਵੀ, ਕਿਉਂਕਿ ਉਦੋਂ ਜੇ ਸਹੀ ਹੁੰਦਾ, ਮੈਂ ਅੱਜ ਨੂੰ, ਮੈਂ ਜਿਵੇਂ ਤੁਹਾਨੂੰ ਅੱਗੇ ਡੈਡੀ ਨੇ ਵੀ ਕਿਹਾ ਵੀ ਦੱਸਿਆ ਵੀ ਕਹਿੰਦੇ ਹੁੰਦੇ ਸੀਗੇ ਮੇਰੇ ਸਟਾਰ ਲੱਗੇ ਹੋਣੇ ਸੀ, IPS IAS ਆਫਿਸਰ ਹੋਣਾ ਸੀਗਾ,
ਉਹ ਚੀਜ਼ ਦਾ ਹੈਗਾ। ਪਰ ਹੁਣ ਵੀ ਚਲੋ ਜਿੰਨੇ ਜੋਗੇ ਹੈਗੇ ਆ ਕਰਾਂਗੇ, ਕੁਛ ਨਾ ਕੁਛ ਤਾਂ ਜ਼ਿੰਦਗੀ 'ਚ ਸੋਚਿਆ ਉਹ ਕਰਕੇ ਰਵਾਂਗੇ ਜੀ। ਕਿਉਂਕਿ ਨਾ ਹਰਿਆਣੇ ਦਾ ਇੱਕ ਪਿੰਡ ਆ, ਮੈਂ ਸੁਣਿਆ ਵੀਡੀਓ ਤੇ, ਮੈਂ ਨਾਮ ਭੁੱਲ ਗਿਆ ਪਿੰਡ ਦਾ, ਉੱਥੇ ਹਰੇਕ ਪਿੰਡ ਦਾ ਯਾਨੀ ਕਿ ਹਰੇਕ ਘਰ ਦਾ ਧੀ ਜਾਂ ਪੁੱਤ ਬਾਊਂਸਰ ਹੈ, ਸਾਰਾ ਪਿੰਡ ਦਾ। ਮੇਰੀ ਇਹ ਸੁਪਨਾ ਵੀ ਮੈਂ ਆਪਦੇ ਪਿੰਡ ਦਾ ਹਰੇਕ ਧੀ ਜਾਂ ਪੁੱਤ ਕੋਈ ਗੇਮ 'ਚ ਕਿਸੇ ਨਾ ਕਿਸੇ ਗੇਮ 'ਚ ਜ਼ਰੂਰ ਲੈ ਕੇ ਜਾਵਾਂ ਅੱਗੇ, ਮੇਰੇ ਪਿੰਡ ਦਾ ਵੀ ਨਾਂ ਅੱਗੇ ਆਵੇ। ਹੁਣ ਟ੍ਰੇਨਿੰਗ ਵੀ ਦੇ ਰਹੇ ਹੋ ਨਾਲ ਨਾਲ? ਹਾਂਜੀ ਹਾਂਜੀ, ਟ੍ਰੇਨਿੰਗ ਦੇ ਰਹੇ ਸਕੂਲ। ਕਿੰਨੇ ਕੁ ਬੱਚੇ ਆ ਜਾਂਦੇ ਆ? ਦੇਖੋ ਨਿੱਕੇ ਬੱਚੇ ਕਈ ਵਾਰੀ ਤਾਂ ਹੋ ਜਾਂਦੇ ਆ 20-25 ਵੀ ਹੋ ਜਾਂਦੇ ਆ, ਕਈ ਵਾਰੀ 10-12 ਰਹਿ ਜਾਂਦੇ ਆ। ਹੌਲੀ ਹੌਲੀ ਰੂਟੀਨ ਬਣ ਜੂਗਾ ਉਹਨਾਂ ਦਾ, ਜਿਵੇਂ ਥੋੜ੍ਹੇ ਹੋਣਗੇ ਇਨਕਰੀਜ਼ ਹੋਊਗੀ ਏਜ। ਜਦੋਂ ਸਹੁਰਿਆਂ ਨੂੰ ਪਤਾ ਲੱਗਿਆ ਹੋਏਗਾ ਤਾਂ ਉਹ ਵੀ ਬਹੁਤ ਚਿੰਤਿਤ ਹੋਣਗੇ, ਉਹਨਾਂ ਨੇ ਕੁਝ ਕਿਹਾ? ਕਿਉਂਕਿ ਅਕਸਰ ਜਿਨ੍ਹਾਂ ਨੇ ਧੀ ਵਿਆਹੀ ਹੁੰਦੀ ਹੈ ਘਰ, ਤਾਂ ਬੜੀਆਂ ਉਮੀਦਾਂ ਹੁੰਦੀਆਂ ਨੇ, ਤਾਂ ਇੱਦਾਂ ਦਾ ਕੁਝ ਪਤਾ ਲੱਗੇ, ਕਿਉਂਕਿ ਡਰ ਬਹੁਤ ਲੱਗਦਾ, ਹਰ ਇੱਕ ਦੇ ਦਿਲ 'ਚ ਡਰ ਬਹੁਤ ਹੁੰਦਾ, ਕਿਉਂਕਿ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਚਿੱਟੇ ਨੇ ਘਰ ਉਜਾੜਤੇ, ਤਾਂ ਸਹੁਰਿਆਂ ਨੇ ਕੁਝ ਕਿਹਾ? ਦੇਖੋ ਸਹੁਰਿਆਂ ਨੇ ਥੋੜ੍ਹਾ ਜਿਹਾ, ਜਿਹੜੇ ਮੇਰੇ ਡੈਡੀ ਸਹੁਰਾ ਸਾਹਿਬ ਆ, ਉਹ ਬੰਦੇ ਬਹੁਤ ਵਧੀਆ ਬੰਦੇ ਆ, ਸੁਲਝੇ ਹੋਏ ਆ। ਮੈਂ ਆਪ ਫੋਨ ਲਾਇਆ ਉਹਨਾਂ ਨੂੰ, ਇੰਟਰਵਿਊ ਜਿਹੜੀ ਮੇਰੀ ਲਾਸਟ ਆਈ ਸੀ ਉਦੋਂ ਬਾਅਦ। ਪਹਿਲਾਂ ਤਾਂ ਮੇਰੀ ਹਿੰਮਤ ਨਹੀਂ ਪਈ ਆ, ਮੈਂ ਤੁਹਾਨੂੰ ਆਖਿਆ, ਮੈਂ ਗਿਆ ਵੀ ਨਹੀਂ ਉਦੋਂ ਬਾਅਦ ਹਜੇ ਤੱਕ ਤਾਂ। ਫਿਰ ਮੈਂ ਫੋਨ ਲਾ ਕੇ ਆਪ ਗਲਤੀ ਮੰਨੀ, ਮੈਂ ਕਿਹਾ ਡੈਡੀ ਗਲਤੀ ਹੋ ਗਈ। ਕਹਿੰਦਾ ਪੁੱਤ ਕੋਈ ਨਹੀਂ, ਚੱਲ ਤੂੰ ਸੁਧਰ ਗਿਆ, ਇੰਨਾ ਹੀ ਬਹੁਤ, ਅੱਗੇ ਤੋਂ ਨਾ ਇਹ ਗਲਤੀ ਕਰੀ। ਮੈਂ ਕਿਹਾ ਨਹੀਂ, ਬਸ ਇੰਨਾ ਹੀ ਕਿਹਾ, ਹੋਰ ਕੋਈ ਇੰਨਾ ਕੋਈ ਤਾਨੇ ਮਿਹਣੇ ਜਾਂ ਕੁਛ ਨਹੀਂ। ਬਾਕੀ ਥੋੜ੍ਹੇ ਜਿਹੇ ਹੁੰਦੇ ਆ ਜਿਹੜੇ ਆਸੇ ਪਾਸੇ ਵਾਲੇ, ਉਹਨਾਂ ਨੂੰ ਉਹ ਚੀਜ਼ ਤਾਂ, ਕਿਉਂਕਿ ਉਹਨਾਂ ਨੇ ਚੰਗੀ ਚੀਜ਼ ਤਾਂ ਦੇਖਣੀ ਨਹੀਂ ਹੁੰਦੀ, ਕੋਈ ਵਿੱਚ ਹੁੰਦੇ ਵੀ ਲਾ ਲਓ, ਕਹਿੰਦੇ ਹਾਂ ਪਵਿੱਤਰ ਨੇ ਜ਼ਮੀਨ ਵੇਚਤੀ 2 ਕਿੱਲੇ, ਉਹ ਚੀਜ਼ ਦੇ ਥੋੜ੍ਹੇ ਉਹਨਾਂ ਨੂੰ ਵੀ ਵੱਜੇ ਤਾਨੇ। ਪਰ ਉਹਨਾਂ ਨੇ ਇਹ ਚੀਜ਼ ਨਹੀਂ ਵੇਖੀ ਵੀ ਚਲੋ ਸੁਧਰ ਗਿਆ, ਕੋਈ ਉਹਨਾਂ ਨੂੰ ਹੱਲਾਸ਼ੇਰੀ ਦੇ ਦਈਏ ਇਹਨਾਂ ਨੂੰ, ਕੋਈ ਵੀ ਚੱਲ ਕੋਈ ਨਹੀਂ, ਚੱਲ ਜਿਹੜਾ ਕੁਛ ਹੋ ਗਿਆ ਹੋ ਗਿਆ। ਉਹਨਾਂ ਨੇ ਤਾਂ ਮਾੜੀ ਚੀਜ਼ ਦੇਖਣੀ ਆ। ਹਾਂਜੀ। ਕੀ ਵੇਚਿਆ ਕੀ ਸੀਗਾ ਘਰ ਦਾ, ਜਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਜ਼ਮੀਨ ਵੇਚਦੀ ਸੀ, ਹੋਰ ਕੀ ਵੇਚਿਆ ਸੀ? 2 ਕਿੱਲੇ ਜ਼ਮੀਨ ਵੇਚੀ ਸੀ ਮੈਂ, ਤੇ ਬਸ ਇੱਕ ਵਾਰੀ ਬਸ ਸੀਮੈਂਟ ਦੇ ਗੱਟੇ ਵੇਚੇ ਸੀਗੇ 2 ਲਾਸਟ ਵਾਰੀ ਜਿੱਦੇ ਲਾਇਆ ਉਦੋਂ, ਬਸ ਹੋਰ ਨਹੀਂ ਮੈਂ ਕੋਈ ਐਵੇਂ ਤੁਹਾਨੂੰ ਆਖਾਂ, ਜਾਂ ਕੋਈ ਮਾਤਾ ਦੇ ਕੋਈ ਗਹਿਣੇ, ਜਾਂ ਕੋਈ ਵਾਈਫ ਦੇ, ਜਾਂ ਕੋਈ ਹੋਰ ਚੀਜ਼ ਕੋਈ ਘਰੋਂ ਚੱਕ ਕੇ ਵੇਚੀ। ਹਾਂਜੀ। ਉਸ ਤੋਂ ਬਾਅਦ ਕਦੀ ਦਿਲ ਤਾਂ ਨਹੀਂ ਕਰਿਆ? ਹੁਣ 10 ਮਹੀਨੇ ਹੋ ਗਏ, ਕਦੀ ਦਿਲ ਤਾਂ ਨਹੀਂ ਕਰਿਆ? ਨਹੀਂ, ਹੁਣ ਨਹੀਂ ਕੀਤਾ ਜੀ ਦਿਲ, ਐਵੇਂ ਤੁਹਾਨੂੰ ਆਖਾਂ। ਹੁਣ ਤਾਂ ਬਸ ਐਂ ਆ ਵੀ ਕੋਈ ਹੁਣ ਤਾਂ ਭਾਵੇਂ ਟਰੱਕ ਲਾ ਦੇ ਕੋਈ ਨਸ਼ੇ ਦਾ, ਵੀ ਨਹੀਂ ਹੁਣ ਦਿਮਾਗ ਉਸ ਪਾਸੇ ਨਹੀਂ ਜਾਂਦਾ ਗਾ ਉਹਦਾ, ਬਸ ਹੁਣ ਬਿਜ਼ੀ ਇੰਨਾ ਰੱਖੀਦਾ ਆਪਦੇ ਆਪ ਨੂੰ ਵੀ ਨਹੀਂ ਜਾਂਦਾ ਉਸ ਪਾਸੇ, ਹੁਣ ਨਹੀਂ ਜਾਂਦਾ ਜੀ। ਹਾਂਜੀ। ਰਿਸ਼ਤੇਦਾਰਾਂ ਨੇ ਵੀ ਕੁਝ ਕਿਹਾ ਫਿਰ? ਰਿਸ਼ਤੇਦਾਰ ਥੋੜ੍ਹਾ ਜਿਹਾ ਹੁੰਦੇ ਹੀ ਆ, ਤੁਹਾਨੂੰ ਪਤਾ ਵੀ ਕੁਛ ਤਾਂ ਹੱਲਾਸ਼ੇਰੀ ਵੀ ਦਿੱਤੀ ਕਈਆਂ ਨੇ, ਤੇ ਕਈ ਦੂਰ ਹੋ ਗਏ ਥੋੜ੍ਹੇ ਜਿਹੇ ਵਿੱਚ। ਹੁਣ 1-2 ਹੈਗੇ ਆ ਜਿਹੜੇ ਵੀ ਨਹੀਂ, ਕਹਿੰਦੇ ਵੀ ਗਲਤ ਆਏ ਆ, ਜਾਂ ਇੰਟਰਵਿਊ ਕਾਹਤੋਂ ਦਿੰਦਾ, ਜਾਂ ਤੂੰ ਥੋੜ੍ਹਾ ਜਿਹਾ ਉਹਨਾਂ ਨੂੰ ਹੋ ਗਿਆ। ਤੇ ਪਹਿਲਾਂ ਬਹੁਤ ਨੇੜੇ ਸੀ ਮੇਰੇ, ਵੀ ਹਾਂ ਤੇਰੇ ਨਾਲ ਆ, ਚੱਕ ਦੇ ਪੱਟੇ ਆਏ ਆ ਜਾਂ, ਤੇ ਬਾਅਦ ਚੋਂ ਕਹਿੰਦੇ ਬਸ ਪਤਾ ਹੀ ਨਹੀਂ ਲੱਗਿਆ ਵੀ ਕਿਉਂ, ਸਮਝ ਨਹੀਂ ਆਉਂਦੀ। ਮੈਂ ਪੁੱਛਦਾ ਵੀ ਕੀ ਗੱਲਬਾਤ ਆ, ਫੋਨ ਹੀ ਨਹੀਂ ਚੱਕਦੇ, ਕਿ ਮੈਂ ਬਸ ਫਿਰ ਕਹਿੰਦੇ ਚਲੋ ਕੋਈ ਨਹੀਂ, ਤੁਹਾਡੀ ਮਰਜ਼ੀ। ਨਸ਼ੇ 'ਚ ਜਿਹੜੇ ਨਾਲ ਤੁਹਾਡੇ ਲਾਉਂਦੇ ਸੀਗੇ, ਬਹੁਤ ਤੁਸੀਂ ਕਿਹਾ ਕਿ ਬਾਈ ਕਹਿੰਦੇ ਸੀਗੇ, ਬੜਾ ਵੱਡਾ ਗਰੁੱਪ ਸੀਗਾ, ਉਹਨਾਂ 'ਚੋਂ ਹੁਣ ਤੱਕ ਕਿਹੜੇ ਨਸ਼ੇ ਲੈ ਰਹੇ ਤੇ ਕਿੰਨਿਆਂ ਨੇ ਛੱਡਤੇ, ਕਿ ਸਿਰਫ ਇਕੱਲੇ ਤੁਸੀਂ ਹੋ? ਇੱਕ ਨੇ ਛੱਡਿਆ ਜੀ। ਤੁਹਾਡੇ ਨਾਲ ਇੱਕ ਹੋਰ ਨੇ? ਹਾਂਜੀ, ਉਹਨਾਂ ਨੇ ਛੱਡਿਆ ਮੇਰੇ ਤੋਂ 3-4 ਮਹੀਨੇ ਪਹਿਲਾਂ। ਮੈਂ ਸਮਝਾਉਂਦਾ ਰਿਹਾ, ਨਹੀਂ ਸਮਝੇ, ਫਿਰ ਆਪਦੀ ਆਪ ਹੀ ਪਤਾ ਨਹੀਂ ਕੋਈ ਦਿਮਾਗ 'ਚ ਆਈ ਉਹਨਾਂ ਦੇ ਵੀ, ਉਹ ਵੀ ਛੱਡ ਗਿਆ। ਹੁਣ ਇਕੱਠੇ ਰਹਿੰਦੇ ਹੁੰਦੇ ਸੀ ਪਹਿਲਾਂ ਤੋਂ, ਅਸੀਂ ਸ਼ੁਰੂ ਤੋਂ ਪੜ੍ਹੇ ਇਕੱਠੇ ਹਾਂ, ਤੇ ਉਹ ਬੰਦਾ ਛੱਡ ਗਿਆ। ਬਾਕੀ ਕਿਸੇ ਨੇ ਨਹੀਂ ਛੱਡਿਆ ਹਜੇ ਤੱਕ, ਜਿਹੜੇ ਬਾਹਲੇ ਹੋਰ ਵੀ ਸੀਗੇ, ਤੇ ਉਹ ਤਾਂ ਸਮਾਂ ਦੀ ਹੁਣ ਥੋੜ੍ਹਾ ਜਿਹਾ ਕਹਿ ਦਿੰਦੇ, ਕਿਸੇ ਕੋਲੇ ਗੱਲ ਵੀ ਮੇਰੇ ਕੋਲੇ ਪਹੁੰਚ ਜਾਂਦੀ, ਗੱਲ ਕਰ ਦਿੰਦੇ ਆ, ਅਖੇ ਵਿਖਾਊਂਗਾ ਤੈਨੂੰ ਹੁਣ ਮਹੀਨੇ ਨੂੰ, ਨਾਲ ਬੈਠਾ ਹੋਊਗਾ ਸਾਡੇ ਨਾਲ ਕਾਰ 'ਚ, ਤੈਨੂੰ ਵਿਖਾ ਦੂੰਗਾ ਉਹਨੂੰ ਆਦੇ। ਮੈਂ ਕਿਹਾ ਬਹਿ ਜਾਊਂਗਾ, ਪਰ ਨਸ਼ਾ ਛੱਡ ਦੇ, ਬਹਿ ਜਾਊਂਗਾ ਨਾਲ, ਬਹਿਣ ਨੂੰ ਕੀ ਹੈ, ਪਰ ਛੱਡੋ ਤਾਂ ਸਹੀ, ਮੈਂ ਸੁਧਰਿਆ ਤੁਸੀਂ ਸੁਧਰੋ, ਮੈਂ ਨਾਲ ਬੈਠੂੰਗਾ ਤੁਹਾਡੇ, ਕੀ ਇਹ 'ਚ ਕੋਈ ਗੱਲ ਨਹੀਂ, ਪਰ ਸੁਧਰੋ, ਵੀ ਆਪਣਾ ਕਿਹੜਾ ਕੋਈ ਗੋਲੀ ਚੱਲੀ ਆ। ਸਰਕਾਰਾਂ ਕਹਿੰਦੀਆਂ ਤਾਂ ਹੈਗੀਆਂ ਕਿ ਨਸ਼ਾ ਖਤਮ ਕਰਤਾ ਹੈ, ਪਰ ਤੁਸੀਂ ਗਵਾਹ ਹੋ, ਪਿਛਲੇ ਸਾਲ ਤੱਕ ਤੁਸੀਂ ਨਸ਼ਾ ਕਰਦੇ ਰਹੇ ਹੋ, ਹੋਇਆ ਨਸ਼ਾ ਖਤਮ ਪੰਜਾਬ 'ਚ? ਨਹੀਂ ਦੇਖੋ ਜੀ, ਬਿਲਕੁਲ ਜਮਾਂ ਇਹ ਝੂਠ ਆ ਗੱਲ, ਠੀਕ ਹੈ। ਬਾਕੀ ਕਈ ਹੁਣ ਮੈਂ ਇੰਟਰਵਿਊਆਂ ਵਿੱਚ ਵੀ ਸੁਣਿਆ ਕਿ ਨਸ਼ਾ ਕਿੰਨਾ ਕੁ ਆਪਣੇ, ਕਿੰਨਾ ਕੁ ਨਸ਼ਾ। ਜਿੱਦਾਂ ਦੀ ਮੇਰੀ ਲਾਸਟ ਇੰਟਰਵਿਊ ਆਈ, ਉਹ 'ਚ ਮੈਂ ਨੰਬਰ ਮੈਂਸ਼ਨ ਕੀਤਾ ਸੀਗਾ। ਮੈਨੂੰ ਰੋਟੀ ਖਾਣਾ ਵੀ ਮੁਸ਼ਕਿਲ ਹੋਇਆ ਪਿਆ, ਇੰਨੇ ਫੋਨ ਆਉਂਦੇ, ਕਿਸੇ ਦੀ ਮੰਮੀ ਦਾ, ਕਿਸੇ ਦੀ ਭੈਣ ਦਾ, ਕਿਸੇ ਦੀ ਵਾਈਫ ਦਾ, ਜਾਂ ਕਿਸੇ ਦਾ ਆਪਦਾ, ਚੀਕਾਂ ਮਾਰਦੇ ਆ ਵਿਚਾਰੇ, ਰੋਂਦੇ ਆ ਵੀ ਸਾਡੇ ਨੂੰ ਸੁਧਾਰ ਦੇ, ਜਾਂ ਦੱਸ ਦੇ ਕਿੱਦਾਂ ਛੱਡਿਆ। ਤੇ ਇਹ ਸਭ ਝੂਠ ਆ ਵੀ ਨਸ਼ਾ ਹੈ ਨਹੀਂ ਜਾਂ ਨਸ਼ਾ ਖਤਮ ਕਰਤਾ, ਬਹੁਤ ਜ਼ਿਆਦਾ। ਨਿੱਤ ਆਪਾਂ ਨਿਊਜ਼ 'ਚ ਸੁਣਦੇ ਹਾਂ 1 ਜਾਂ 2 ਭਰਾ ਚਿੱਟੇ ਦੀ ਭੇਂਟ ਚੜ੍ਹਦੇ ਆ, ਤੇ ਮਾਵਾਂ ਰੋਂਦੀਆਂ ਵੇਖੀਆਂ ਨਹੀਂ ਜਾਂਦੀਆਂ ਜੀ। ਜੇ ਕਿਸੇ ਨੇ ਸੰਪਰਕ ਕਰਨਾ ਹੋਏ ਤਾਂ ਕਿਵੇਂ ਤੁਹਾਨੂੰ ਸੰਪਰਕ ਕਰਨ? ਮੇਰਾ ਮੋਬਾਈਲ ਨੰਬਰ ਹੈ ਜੀ 9056413403, 90564 13403। ਹਾਂਜੀ। ਹੋਰ ਕਈ ਇੱਦਾਂ ਦੇ ਨੌਜਵਾਨ ਹੈ ਜਿਨ੍ਹਾਂ ਨੂੰ ਤੁਸੀਂ ਨਸ਼ੇ ਤੋਂ ਬਾਹਰ ਕੱਢਿਆ ਹੋਏ? ਹਾਂਜੀ, ਮੇਰੇ ਨਾਲ ਫੋਨ 'ਤੇ ਹੈਗੇ ਸੰਪਰਕ 'ਚ 6 ਤੋਂ 7 ਨੌਜਵਾਨ ਹੈਗੇ ਆ ਜੀ, ਜਿਨ੍ਹਾਂ ਨੂੰ ਮੈਂ ਇਹ ਦਲਦਲ 'ਚੋਂ ਕੱਢਿਆ। ਇੱਕ ਭਰਾ ਇੱਧਰ ਆ ਬਾਰਡਰ ਵਾਲੀ ਸਾਈਡ ਆ, ਇੱਧਰ ਅੰਮ੍ਰਿਤਸਰ ਵਾਲੀ ਸਾਈਡ, ਪਠਾਨਕੋਟ ਵਾਲੀ ਸਾਈਡ,
ਤੇ ਉਹ ਬਾਈ ਨੇ ਵੀ ਫਿਲਮਾਂ 'ਚ ਵੀ ਕੰਮ ਕੀਤਾ, ਬੰਬੇ ਤੱਕ ਚੰਗੀਆਂ ਫਿਲਮਾਂ 'ਚ, ਵੈਬ ਸੀਰੀਜ਼ 'ਚ ਕੰਮ ਕੀਤਾ। ਉਹ ਬੰਦਾ ਵੀ ਇਸ ਨਸ਼ੇ ਦੀ ਦਲਦਲ 'ਚ ਸੀਗਾ। ਤੇ ਉਹ ਬਾਈ ਦਾ ਫੋਨ ਆਇਆ, ਮੈਂ ਕਿਹਾ ਯਾਰ ਤੂੰ ਕਿਹੜੇ ਕੰਮ ਹੀ ਪੈ ਗਿਆ ਵੀ ਇੰਨਾ ਵਧੀਆ ਤੂੰ ਚੱਲ ਆਰਟਿਸਟ ਹੈਗਾ। ਕਹਿੰਦਾ ਯਾਰ ਲੋਕਡਾਊਨ 'ਚ ਕੰਮ ਬੰਦ ਹੋ ਗਿਆ, ਘਰੇ ਬਹਿ ਕੇ ਆ ਗਏ ਪੈਣਾ, ਇੱਥੇ ਆ ਗਏ ਕੰਮ ਗਲਤ ਹੋ ਗਿਆ ਫਿਰ। ਤੇ ਹੁਣ ਠੀਕ ਆ, ਉਹ ਵੀ ਹੋ ਗਿਆ ਹਫਤਾ 10 ਦਿਨ। ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਦਰਸ਼ਕ ਤੁਹਾਨੂੰ ਦੇਖ ਰਹੇ ਆ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਸੁਨੇਹਾ ਤਾਂ ਇਹੀ ਹੈ ਜੀ ਵੀ ਇੱਕ ਤਾਂ ਜੀ ਜਿਹੜੇ ਮਾਂ ਪਿਓ ਨੂੰ ਬੇਨਤੀ ਆ ਵੀ ਜੇ ਕੋਈ ਸੁਧਰਨਾ ਚਾਹੁੰਦਾ, ਇੱਕ ਤਾਂ ਉਹਨਾਂ ਨੂੰ ਇਹ ਨਾ ਆਪਾਂ ਵੀ ਆਪਦੇ ਬੱਚੇ ਨੂੰ ਕਹੀਏ ਵੀ ਤੂੰ ਸਾਡਾ ਪੁਰਾਣਾ ਟਾਈਮ ਨਾ ਉਹਨੂੰ ਵੀ ਮੂਹਰੇ ਲੈ ਅੱਗੇ ਵੀ ਤੂੰ ਸਾਡਾ ਆਹ ਜਾੜਤਾ ਜਾਂ ਆਹ ਕਰਤਾ। ਉਹਨਾਂ ਨੂੰ ਹੱਲਾਸ਼ੇਰੀ ਦਿਓ ਵੀ ਚੱਲ ਕੋਈ ਨਹੀਂ ਪੁੱਤ, ਜਿਹੜਾ ਕੁਝ ਹੋ ਗਿਆ ਹੁਣ ਸੁਧਰ ਗਿਆ ਤੂੰ, ਠੀਕ ਹੈ। ਬਾਕੀ ਸਮਾਜ ਨੂੰ ਵੀ ਇਹੀ ਕਹੂੰਗਾ ਵੀ ਦੇਖੋ ਜੇ ਕੋਈ ਬਿਮਾਰ ਹੁੰਦਾ ਪਿੰਡ 'ਚ, ਆਪਾਂ ਪਤਾ ਲੈਣ ਜਾਂਦੇ ਹਾਂ ਵੀ ਨਸ਼ੇ ਵਾਲਾ ਜਿਹੜਾ ਬੰਦਾ ਉਹਨੂੰ ਨਸ਼ੇੜੀ ਨਾ ਸਮਝ ਗਏ ਆਪਾਂ, ਇਹ ਵੀ ਇੱਕ ਬਿਮਾਰ ਆ, ਮਾਨਸਿਕ ਬਿਮਾਰੀ ਆ। ਵੀ ਉਹਨੂੰ ਘਰੇ ਜਾ ਕੇ ਉਹਦਾ ਪਤਾ ਲਓ ਜਾਂ ਉਹਨੂੰ ਘਰੇ ਜਾ ਕੇ ਕਹੋ ਯਾਰ ਤੂੰ ਕੋਈ ਨਹੀਂ ਦਵਾਈ ਦਵਾਉਣੀ ਤੈਨੂੰ, ਜਾਂ ਦਵਾਈ ਲੈ ਤੂੰ ਵੀ ਕੋਈ ਨਹੀਂ ਹੋ ਜਾਊਗਾ ਇਹਦਾ ਹੱਲ, ਕੋਈ ਵੱਡੀ ਗੱਲ ਨਹੀਂ ਗੀ। ਤੇ ਬਾਕੀ ਨੌਜਵਾਨ ਭਰਾਵਾਂ ਨੂੰ ਵੀ ਇਹੀ ਬੇਨਤੀ ਆ ਵੀ ਨਿਕਲੋ ਇਹ ਦਲਦਲ 'ਚੋਂ, ਕੁਛ ਨਹੀਂ ਪਿਆ। ਵੀ ਆਪਾਂ ਦੇਖੋ ਤੁਸੀਂ ਹਰਵੀਰ ਸਿੰਘ ਨਲੂਆ, ਭਗਤ ਸਿੰਘ, ਊਧਮ ਸਿੰਘ ਦੇ ਵਾਰਸਾਂ, ਤੇ ਆਪਾਂ ਫਿਰਦੇ ਕਿਹੜੇ ਪਾਸੇ ਕਿਹੜੇ ਕੰਮਾਂ 'ਚ, ਵੀ ਇਹ 'ਚੋਂ ਨਿਕਲੋ। ਔਖਾ ਨਹੀਂ ਗਾ ਕੋਈ, ਜੇ ਆਪਾਂ ਕਹਿ ਦਈਏ ਬਾਹਲਾ ਔਖਾ ਨਸ਼ਾ ਛੱਡਣਾ, ਕੋਈ ਔਖਾ ਨਹੀਂ ਗਾ। ਬਸ ਕੋਈ ਜ਼ਿੰਦਗੀ ਦਾ ਕੋਈ ਏਮ ਆ, ਜਿਹੜਾ ਤੁਹਾਡਾ ਗੋਲ ਆ ਉਹ ਕੋਈ ਬਣਾ ਲਓ, ਫਿਰ ਇਸ ਪਾਸੇ ਆਪੇ ਨਹੀਂ ਜਾਂਦਾ ਤੁਸੀਂ। ਹਾਂਜੀ। ਇੱਕ ਆਖਰੀ ਸਵਾਲ, ਜੇ ਇਹ 13 ਸਾਲ ਜ਼ਿੰਦਗੀ ਦੇ ਸਹੀ ਗੁਜ਼ਰਦੇ, ਜੇ ਨਸ਼ੇ 'ਚ ਨਾ ਪੈਂਦੇ ਤਾਂ ਅੱਜ ਜ਼ਿੰਦਗੀ ਕਿੱਥੇ ਹੋਣੀ ਸੀ? ਆਪਣੇ ਆਪ ਨੂੰ ਕਿੱਥੇ ਦੇਖਦੇ ਹੋ? ਜੇ ਦੇਖੋ ਜੀ, ਜੇ ਇਹ ਚੀਜ਼ 'ਚ ਮੈਂ ਨਾ ਪੈਂਦਾ, ਅੱਗੇ ਵੀ ਤੁਹਾਨੂੰ ਦੱਸਿਆ ਵੀ ਕੋਈ ਚੰਗਾ IAS ਜਾਂ IPS ਆਫੀਸਰ ਹੋਣਾ ਸੀਗਾ, ਚੰਗੀ ਰੈਂਕ ਤੇ ਹੋਣਾ ਸੀਗਾ, ਤੇ ਬੱਚਿਆਂ ਦਾ ਸੀਗਾ, ਮਤਲਬ ਸੁਪਨਾ ਸੀਗਾ। ਹਾਂਜੀ ਇਹ ਵੀ ਸੀਗਾ। ਬਾਕੀ ਦੇਸ਼ ਦੀ ਸੇਵਾ ਕਰਨ ਦਾ ਬਹੁਤ ਸ਼ੌਂਕ ਸੀਗਾ, ਬਹੁਤ ਸ਼ੁਰੂ ਤੋਂ ਹੀ, ਵੀ ਮੈਂ ਦੇਸ਼ ਦੀ ਖਾਤਰ ਕੁਛ ਕਰਾਂ। ਬਾਕੀ ਆਂਦੇ ਦੇ ਡਜ਼ਨਟ ਮੈਟਰ, ਵੀ ਕੁਛ ਨਹੀਂ ਹੁੰਦਾ, ਹੁਣ ਵੀ ਕਰਾਂਗੇ ਜਿੰਨੇ ਜੋਗੇ ਹੈਗੇ, ਜਿੱਥੋਂ ਤੱਕ ਹਾਂਜੀ ਵਾਹ ਲੱਗੀ ਲਾਵਾਂਗੇ ਜੀ, ਤੇ ਜਿੰਨਾ ਕੁ ਹੋ ਸਕੇ ਕਰਾਂਗੇ ਸਮਾਜ ਦੀ ਖਾਤਰ, ਦੇਸ਼ ਦੀ ਖਾਤਰ। ਹਾਂਜੀ ਜੀ, ਬਹੁਤ ਬਹੁਤ ਸ਼ੁਕਰੀਆ ਪਵਿੱਤਰ। ਮੈਨੂੰ ਉਮੀਦ ਹੈ ਕਿ ਜਿਹੜੀ ਤੁਹਾਡੀ ਕਹਾਣੀ ਹੈ ਉਹ ਬਹੁਤ ਸੇ ਲੋਕਾਂ ਨੂੰ ਪ੍ਰੇਰਿਤ ਕਰੇਗੀ। ਤਾਂ ਮੈਨੂੰ ਇਹ ਵੀ ਲੱਗਦਾ ਕਿ ਤੁਹਾਡੇ ਫੋਨ ਨੰਬਰ ਸੁਣ ਕੇ ਵੀ ਬਹੁਤ ਸੀਆਂ ਮਾਤਾਵਾਂ ਭੈਣਾਂ ਤੁਹਾਡੇ ਕੋਲ ਪਹੁੰਚਣਗੀਆਂ, ਤੇ ਉਮੀਦ ਵੀ ਕਰਨਗੇ ਕਿ ਤੁਹਾਡੇ ਜ਼ਰੀਏ ਜੇਕਰ ਉਹਨਾਂ ਦੇ ਘਰ ਵੀ ਕੋਈ ਇਹੋ ਜਿਹਾ ਨੌਜਵਾਨ ਹੈ ਜੋ ਦਲਦਲ 'ਚ ਫਸਿਆ ਹੈ, ਤਾਂ ਉਹਨਾਂ ਨੂੰ ਵੀ ਅਸੀਂ ਬਾਹਰ ਕੱਢ ਪਾਈਏ। ਤਾਂ ਮੈਨੂੰ ਲੱਗਦਾ ਕਾਫੀਆਂ ਦੀ ਜ਼ਿੰਦਗੀ ਸ਼ਾਇਦ ਤੁਹਾਡੀ ਇਹ ਕਹਾਣੀ ਬਦਲ ਦੇ। ਹਾਂਜੀ ਤਾਂ ਹੀ ਨੰਬਰ ਦੇਣ ਦਾ ਮੇਰਾ ਇਹੀ ਮਕਸਦ ਆ ਵੀ ਕਈ ਭਰਾ ਨਿਕਲਣਾ ਚਾਹੁੰਦੇ, ਹੁਣ ਪਿੱਛੇ ਹੀ ਫੋਨ ਆਉਂਦੇ ਵੀ ਸਾਨੂੰ ਕੋਈ ਤਰੀਕਾ ਨਹੀਂ ਮਿਲਦਾ ਜਾਂ ਰਾਹ ਨਹੀਂ ਮਿਲਦਾ, ਕਿਵੇਂ ਨਿਕਲੀਏ। ਫਿਰ ਉਹਨਾਂ ਨੂੰ ਮੈਂ ਕਾਉਂਸਲਿੰਗ ਕਰਦਾ, ਸਮਝਾਉਣਾ ਵੀ ਜਿਵੇਂ ਮੈਂ ਨਿਕਲਿਆ ਇੱਦਾਂ ਨਿਕਲੋ ਤੁਸੀਂ, ਇੱਦਾਂ ਦਿਮਾਗ ਨੂੰ ਡਾਇਵਰਟ ਕਰੋ, ਇਸ ਪਾਸੇ ਚੰਗੇ ਪਾਸੇ ਲਾਓ, ਮਾੜੇ ਪਾਸੇ ਨਾਲ ਬਿਜ਼ੀ ਰੱਖੋ ਦਿਮਾਗ ਨੂੰ, ਉਹ ਚੀਜ਼ਾਂ ਦੱਸਦਾ ਜੀ। ਤੇ ਅੱਗੇ ਤੋਂ ਵੀ ਇਹੀ ਦੱਸਦਾ ਰਹੂੰਗਾ ਭੈਣੇ। ਜੀ, ਬਹੁਤ ਬਹੁਤ ਸ਼ੁਕਰੀਆ ਪਵਿੱਤਰ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਜੀ, ਸੋ ਇਸ ਅੱਜ ਦੀ ਕਹਾਣੀ ਅਸੀਂ ਗੱਲ ਕੀਤੀ ਪਵਿੱਤਰ ਨਾਲ, ਅਜਿਹਾ ਨੌਜਵਾਨ ਜੋ ਪੰਜਾਬ ਵਿੱਚ ਨਸ਼ੇ ਦੇ ਦਲਦਲ 'ਚ ਫਸ ਕੇ ਕਿਸ ਤਰ੍ਹਾਂ ਬਾਹਰ ਆਉਂਦਾ। ਅਸੀਂ ਕਹਿ ਤਾਂ ਦਿੰਦੇ ਹਾਂ ਕਿ ਨਸ਼ਾ ਛੱਡਣਾ ਬਹੁਤ ਔਖਾ ਹੈ, ਬਹੁਤ ਸਾਰੇ ਸੈਂਟਰਸ ਬਣਾਏ ਗਏ ਨੇ, ਪਰ ਕਿਤੇ ਨਾ ਕਿਤੇ ਸ਼ੁਰੂਆਤ ਆਪਣੀ ਸੋਚ ਤੋਂ ਹੀ ਕਰਨੀ ਪੈਂਦੀ ਹੈ। ਜਦ ਤੱਕ ਤੁਸੀਂ ਤਿਆਰ ਨਹੀਂ ਹੋ ਕਿ ਤੁਸੀਂ ਨਸ਼ਾ ਛੱਡਣਾ ਹੈ, ਸ਼ਾਇਦ ਤੁਸੀਂ ਨਹੀਂ ਕਰ ਸਕਦੇ। ਤਾਂ ਜੇਕਰ ਤੁਸੀਂ ਤਿਆਰ ਹੋ ਜਾਂਦੇ ਹੋ ਤਾਂ ਸਮਝ ਲਓ ਕਿ ਅੱਧੇ ਤੋਂ ਵੱਧ ਜਿੱਤ ਤੁਹਾਡੀ ਹੋ ਜਾਂਦੀ ਹੈ ਜਦੋਂ ਤੁਹਾਡਾ ਦਿਮਾਗ ਤਿਆਰ ਹੋ ਜਾਂਦਾ ਕਿ ਹਾਂ ਮੈਂ ਇਸ ਦਲਦਲ 'ਚੋਂ ਬਾਹਰ ਨਿਕਲਣਾ, ਆਪਣੀ ਜ਼ਿੰਦਗੀ ਵਧੀਆ ਬਣਾਉਣੀ ਹੈ, ਸੁਖਾਵੀਂ ਬਣਾਉਣੀ ਹੈ। ਸੋ ਇਹ ਸੀ ਅੱਜ ਦੀ ਪੇਸ਼ਕਸ਼। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ। ਸਹਿਯੋਗੀ ਸਾਥੀ ਕਮਲ ਦੇ ਨਾਲ ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ।